की फतेह। ਅੱਜ ਦੀ ਗੁਰਮਤਿ ਕਲਾਸ ਵਿੱਚ ਹਾਜ਼ਰੀ ਭਰਨ ਵਾਲੇ ਵੀਰਾਂ ਭੈਣਾਂ ਨੂੰ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਹਰ ਸੋਮਵਾਰ ਦੀ ਤਰ੍ਹਾਂ ਵੀਰ ਹਰਜੀਤ ਸਿੰਘ ਜੀ ਸਾਡੇ ਨਾਲ ਗੁਰਮਤਿ ਫਿਲਾਸਫੀ ਦੇ ਵਿੱਚੋਂ ਕੋਈ ਵਿਸ਼ਾ ਸਾਂਝਾ ਕਰਦੇ ਹਨ। ਅੱਜ ਦੇ ਵਾਸਤੇ ਜੋ ਵਿਸ਼ਾ ਉਹਨਾਂ ਨੇ ਚੁਣਿਆ ਹੈ ਉਹ ਹੈ ਸਤਸੰਗਤ। ਸੋ ਵੀਰ ਜੀ ਨੂੰ ਬੇਨਤੀ ਹੈ ਕਿ ਅੱਜ ਦੀ ਵਿਚਾਰ ਆਰੰਭ ਕਰਨ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਪਿਆਰੇ ਗੁਰੂ ਸਾਰੇ ਗੁਰਮੁਖ ਜਨੋ, ਪਿਛਲੇ ਹਫ਼ਤਿਆਂ ਤੋਂ ਅਸੀਂ ਸਿੱਖ ਦੀ ਸ਼ਖਸੀ ਜੀਵਨ ਦੇ ਵਿੱਚੋਂ ਕੁਝ ਵਿਸ਼ਿਆਂ ਦੇ ਉੱਤੇ ਵਿਚਾਰ ਕਰ ਰਹੇ ਹਾਂ। ਅੰਮ੍ਰਿਤ ਵੇਲਾ, ਨਿਤਨੇਮ, ਇਹ ਵਿਚਾਰ ਅਸੀਂ ਪਹਿਲਾਂ ਕਰ ਚੁੱਕੇ ਹਾਂ, ਕਿਉਂਕਿ ਸਿੱਖ ਰਹਿਤ ਮਰਿਆਦਾ ਵਿੱਚ ਜਦੋਂ ਸ਼ਖਸੀ ਰਹਿਣੀ ਨੂੰ ਬਿਆਨ ਕੀਤਾ ਗਿਆ ਤਾਂ ਉਹਦੇ ਵਿੱਚ ਵੀ ਗੁਰੂ ਕਾ ਸਿੱਖ ਅੰਮ੍ਰਿਤ ਵੇਲੇ ਉੱਠੇ, ਨਾਮ ਬਾਣੀ ਦਾ ਅਭਿਆਸ ਕਰੇ, ਉਸ ਤੋਂ ਬਾਅਦ ਅਰਦਾਸ ਕਰੇ, ਫਿਰ ਸਤ ਸੰਗਤ ਕਰੇ। ਹਦਾਇਤ ਸਾਨੂੰ ਕੀਤੀ ਗਈ। ਅਸੀਂ ਇਹ ਕਹਿ ਸਕਦੇ ਹਾਂ ਕਿ ਸਿੱਖ ਧਰਮ ਵਿੱਚ ਸਤ ਸੰਗਤ ਨੂੰ ਸਿੱਖੀ ਕਿਰਦਾਰ ਦਾ, ਸਿੱਖੀ ਆਚਰਨ ਦਾ, ਸਿੱਖੀ ਜੀਵਨ ਦਾ, ਸਿੱਖੀ ਘਾੜਤ ਦਾ ਇੱਕ ਥੰਮ ਮੰਨਿਆ ਗਿਆ ਹੈ। ਸਿੱਖ ਦੇ ਇਹ ਵਿਸ਼ਵਾਸ ਹੈ ਕਿ ਸਤ ਸੰਗਤ ਤੋਂ ਬਿਨਾਂ ਮਨੁੱਖੀ ਜੀਵਨ ਦੀ ਜਾਂ ਸਿੱਖੀ ਜੀਵਨ ਦੀ ਉਸਾਰੀ ਮੁਸ਼ਕਲ ਹੈ। ਇਸੇ ਕਰਕੇ ਅਸੀਂ ਰੋਜ਼ ਅਰਦਾਸ ਵਿੱਚ ਇੱਕ ਮੰਗ ਕਰਦੇ ਹਾਂ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ। ਇਹ ਵੀ ਇੱਕ ਸਤ ਸੰਗਤ ਦੀ ਮੰਗ ਹੈ। ਸਹੀ ਪਿਆਰੇ ਮੇਲ ਦਾ ਜਿਹੜੀ ਇਹ ਮੰਗ ਸਤ ਸੰਗਤ ਦੀ ਹੈ, ਉਹਨਾਂ ਨਾਲ ਮਿਲਾਪ ਕਰਾਈ। ਇਹ ਵਾਹਿਗੁਰੂ, ਇਹ ਪਿਤਾ ਪਰਮੇਸ਼ਰ ਜੀ, ਜਿਨ੍ਹਾਂ ਦੇ ਮਿਲਾਪ ਵਿੱਚ ਤੇਰੀ ਯਾਦ ਹੋਵੇ, ਜਿਨ੍ਹਾਂ ਦੇ ਮਿਲਾਪ ਨਾਲ ਤੇਰੇ ਨਾਲ ਸੰਬੰਧ ਬਣ ਜਾਏ, ਜਿਨ੍ਹਾਂ ਦੇ ਮਿਲਾਪ ਨਾਲ ਤੇਰੇ ਨਾਲ ਰਿਲੇਸ਼ਨ ਬਣ ਜਾਣ। ਇਹ ਸਤਿਗੁਰੂ ਜੀ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ। ਨਾਮ ਦੀ ਗੱਲ ਇੱਥੇ ਵੀ ਕੀਤੀ ਗਈ। ਇਹ ਸਹੀ ਪਿਆਰਿਆਂ ਦਾ, ਜਾਂ ਇਹ ਕਹਿ ਲਈਏ ਕਿ ਗੁਰਮੁਖ ਪਿਆਰਿਆਂ ਦਾ ਜੋ ਇਕੱਠ ਹੈ, ਇਹਦਾ ਨਾਮ ਹੀ ਸਤ ਸੰਗਤ ਹੈ। ਇਹ ਆਮ ਗੱਲ ਵੀ, ਕਹਾਵਤ ਵੀ ਹੈ ਕਿ ਮਨੁੱਖ ਜਿਹੋ ਜਿਹੀ ਸੰਗਤ ਵਿੱਚ ਬੈਠਦਾ ਹੈ, ਉਹੋ ਜਿਹਾ ਸੁਭਾਅ ਉਸਦਾ ਬਣ ਜਾਂਦਾ ਹੈ। ਵਿਚਾਰੀਆਂ ਦੀ ਸੰਗਤ ਵਿੱਚ ਕਰਨ ਵਾਲਾ ਮਨੁੱਖ ਆਪ ਵੀ ਹੌਲੀ ਹੌਲੀ ਵਿਚਾਰੀ ਬਣ ਜਾਂਦਾ ਹੈ। ਜੁਆਰੀਆਂ ਦੀ ਸੰਗਤ ਕਰਨ ਵਾਲਾ, ਉਹਨੂੰ ਜੂਏ ਦੀ ਆਦਤ ਪੈ ਜਾਂਦੀ ਹੈ। ਨਸ਼ਿਆਂ ਦੇ ਸੇਵਨ ਕਰਨ ਵਾਲਾ ਮਨੁੱਖ ਜਦੋਂ ਉਹਨਾਂ ਵਿੱਚ ਰੋਜ਼ ਵਿਚਰਦਾ ਹੈ ਤਾਂ ਇੱਕ ਦਿਨ ਉਹਨੂੰ ਵੀ ਉਹ ਆਦਤ ਪੱਕੀ ਹੋ ਜਾਂਦੀ ਹੈ। ਇਸੇ ਤਰ੍ਹਾਂ ਜਿਹੜਾ ਮਨੁੱਖ ਰੋਜ਼ ਗੁਰੂ ਦੀ ਸੰਗਤ ਵਿੱਚ ਜਾਂਦਾ ਹੈ, ਸਤ ਸੰਗੀ ਹੈ, ਉਹਦੇ ਤੇ ਵੀ ਨਾਮ ਬਾਣੀ ਦੀ ਰੰਗਤ ਚੜ੍ਹਦੀ ਹੈ। ਗੁਰੂ ਦਾ ਉਪਦੇਸ਼ ਉਹਦੇ ਤੇ ਵੀ ਅਸਰ ਕਰਦਾ ਹੈ। ਇਹ ਅਸੀਂ ਕਹਿ ਸਕਦੇ ਹਾਂ ਕਿ ਜਿੱਥੇ ਗੁਰਮੁਖ ਪਿਆਰਿਆਂ ਦਾ ਇੱਕ ਇਕੱਠ ਹੈ, ਮੇਲ ਹੈ, ਮਿਲਾਪ ਹੈ, ਉਹਦਾ ਨਾਮ ਸੰਗਤ ਹੈ। ਜਿੱਥੇ ਮਿਲ ਕੇ ਪਰਮਾਤਮਾ ਦੇ, ਪਰਮੇਸ਼ਰ ਦੇ ਗੁਣਾਂ ਦੀ ਯਾਦ ਕੀਤੀ ਜਾ ਸਕਦੀ ਹੈ, ਜਾਂ ਇਹ ਕਹਿ ਲਈਏ ਕਿ ਪ੍ਰਭੂ ਦੇ ਨਾਮ ਦੀ ਆਰਾਧਨਾ ਕੀਤੀ ਜਾ ਸਕਦੀ ਹੈ। ਸੰਗਤ ਹੈ, ਸਤ ਸੰਗਤ ਹੈ ਕੀ ਚੀਜ਼?
ਗੁਰੂ ਨਾਨਕ ਸਾਹਿਬ ਜੀ ਨੇ ਸ਼੍ਰੀ ਰਾਗ ਵਿੱਚ ਇਹਦਾ ਜਦੋਂ ਵਰਣਨ ਕੀਤਾ, ਸਤ ਸੰਗਤ ਕੈਸੀ ਜਾਣੀ ਹੈ, ਉਹਨਾਂ ਦਾ ਜਵਾਬ ਵੀ ਆਪ ਦਿੱਤਾ ਜੀ। ਕਿਹੋ ਜੀ ਸੰਗਤ, ਸਤ ਸੰਗਤ ਕਿਹਨੂੰ ਕਿਹਾ ਜਾਂਦਾ ਹੈ? ਜਿੱਥੇ ਇੱਕੋ ਨਾਮ ਵਖਾਣੀ ਹੈ, ਜਿੱਥੇ ਵਾਹਿਗੁਰੂ ਦੇ ਨਾਮ ਦੀ ਚਰਚਾ ਹੁੰਦੀ ਹੈ। ਨਾਮ ਕੀ ਹੈ? ਇੱਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀ। तो सत्संगत केवल वो है जिथे परमेश्वर दे नाम की चर्चा हो। नाम की है? प्रभु दे हुक्म। जिथे परमेश्वर दे हुक्म की सुझी पैंदी हो, उहदे समझण दी जाच आंदी हो, हुक्म रजाई बनन दी सिक्ख्या मिलती हो, जिथों हुक्मी बंदा बन के अपने जीवन नूं निरंकार दी रजा विच तुरन दी जाच आ जाती। तो फिर वो सतगुरु पातशाह जी ने कहा भी सूझी कित्थों मिलती है? ये सूझी सतगुरु तो मिलती है। नानक सतगुरु दिया बुझाए जी। गल सतगुरु ने समझाई है। वो सतगुरु कौन है? सतगुरु कोई देश रूप विच है, सतगुरु कोई साडे उहदा आकार है, उहदी कोई शक्ल है। इहदा निर्णय भी गुरु साहब जी ने किया। गुरु साहब जी ने आप अपने सरीरक जामिया विच इस गल का निर्णय कर दिता, क्योंकि ये भुलेखा ही ना रहे कि मनुख सरीरक जामिया दे विचों ही सतगुरु लभदा रहेगा। तो गुरु रामदास महाराज ने बाणी गुरु, गुरु है बाणी, विच बाणी अमृत सारे, गुर बाणी कहे सेवक जन मानै, प्रतख गुरु निस्तारै। इत्थों गल स्पष्ट हो जाती है कि गुरु ते गुरु के शब्द का कोई भेद नहीं। शब्द ही सतगुरु है। शरीरां दा साथ थोड़ चिरा है, शरीरां दा साथ सदा नहीं निभदा। इसदा मतलब गुरु ग्रंथ साहिब विच लिखिया होया हर शब्द जो हुक्म रूप विच साडे कोल है, वो सतगुरु दा हुक्म है, वो गुरु दा हुक्म है, सतगुरु दा हुक्म है। जो गुरु साहिब विच लिखिया होया हर शब्द सानू एक ओंकार तो लैके नानक नाम मिले तां जीवा, तन मन थीवे हरिया तक दर्ज किया गया है। इत्थों गल स्पष्ट होंदी है। तो गल बड़ी स्पष्ट है, गुरबाणी ते संगत दे मेल नाल ही सतसंगत बनती है। तो जिथे भावें इकट्ठ वड्डा होवे, उत्थे सतगुरु दे गुणां दी विचार ना होवे, तां उत्थे सतसंगत नहीं किया जा सकता। राजनीतिक लोगों के इकट्ठ नूं सतसंगत नहीं किया जा सकता। बंदे तो उत्थे लखां विच जुड़दे हन, पर यह लखां दा इकट्ठ सतसंगत नहीं है। सतसंगत कित्थे है? जिथे गुरबाणी, गुरु दा शब्द, गुरु दा हुक्म ते संगत दा आपसी मेल है। तो संगत दी, सतसंगत दी परिभाषा जिहड़ी बनदी है, ये बनदी है कि ये जिथे गुरु का शब्द की विचार होवे, जिथे गुरु के शब्द की गल होवे, और जिथे इकट्ठ होवे, गुरु की हजूरी होवे, इकट्ठ होवे, उत्थे सतसंगत जिहड़ी है उन्हें किया जा सकता है। हाँ, तो जे मन ली जावे भी सतगुरु का प्रकाश नहीं भी है, पर असी संगत रूप विच इकट्ठे होके गुरु दीयां गल्लां कहानियां करते हाँ, तो वह भी सतसंगत है। तो स्पष्ट है कि गुरबाणी दे विच गुरमत दे विच गुरबाणी ते सतसंगत शब्द दे मेल नूं ही या सतसंगत संगत दे मेल नूं ही सतसंगत किया गया है। तो संगत की है? संगत एक्चुअली गुरु दी एक स्कूल है, पाठशाला है। सतगुरु दा एक सानू सिक्ख्या दा केंद्र है, जीवन घड़न दा है। सतसंगत एक स्थान है जिथे पवित्र गुणा की जाच सानू आउंदी है, जिथों असीं पवित्र गुण सिखते हैं। हुण जे ये चीज़ां सानू उत्थों प्राप्त नहीं होंदियां, जां इन्हां चीज़ां दी गलबात सानू उत्थों नहीं मिलती, तो फिर असीं उहनूं संगत किवें कह सकते हैं?
ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਨੇ ਕਿਹਾ ਹੈ ਕਿ ਸਤਸੰਗਤ ਗੁਰੂ ਦੀ ਇੱਕ ਪਾਠਸ਼ਾਲਾ ਹੈ, ਗੁਰੂ ਦਾ ਇੱਕ ਸਕੂਲ ਹੈ, ਜਿੱਥੇ ਸਤਸੰਗੀ ਪੁਰਖ ਬੈਠ ਕੇ ਉਹਦੇ ਪਵਿੱਤਰ ਗੁਣਾਂ ਨੂੰ ਸਿੱਖਦੇ ਹਨ। ਸਤਿਗੁਰੂ ਦਾ ਇੱਕ ਬਚਨ ਆਉਂਦਾ ਹੈ, ਸਤਸੰਗਤ ਸਤਿਗੁਰ ਚਟਸਾਲ ਹੈ, ਜਿਤ ਹਰਗੁਣ ਸਿੱਖਾ। ਚਟਸਾਲ ਦਾ ਪਾਠਸ਼ਾਲਾ ਹੈ, ਸਤਿਗੁਰ ਦੀ ਪਾਠਸ਼ਾਲਾ, ਕਿਉਂਕਿ ਰਾਰੇ ਦਾ ਔਂਕੜ ਉੱਡਿਆ ਦਾ ਮਤਲਬ ਨਾਲ ਸੰਬੰਧਕ ਹੈ। ਕਿਹੜੀ? ਸਤਿਗੁਰ ਦੀ ਪਾਠਸ਼ਾਲਾ। ਕੀ? ਸਤਸੰਗਤ ਸਤਿਗੁਰ ਚਟਸਾਲ ਹੈ, ਸਤਿਗੁਰ ਦੀ ਪਾਠਸ਼ਾਲਾ ਹੈ, ਜਿਤ ਹਰਗੁਣ ਸਿੱਖਾਂ, ਜਿੱਥੇ ਹਰਗੁਣ ਸਿੱਖਾ, ਜਿੱਥੇ ਬੈਠ ਕੇ ਹਰੀ ਦੇ ਗੁਣ ਸਿੱਖੇ ਜਾਂਦੇ ਹਨ, ਗਾਏ ਜਾਂਦੇ ਹਨ। ਹੁਣ ਸਤਸੰਗਤ ਵਿੱਚ ਜਾ ਕੇ ਗੁਰੂ ਦੀ ਹਜ਼ੂਰੀ ਵਿੱਚ ਅਸੀਂ ਕਰਨਾ ਕੀ ਹੈ, ਸਾਨੂੰ ਕਰਨਾ ਕੀ ਚਾਹੀਦਾ ਹੈ, ਇਹਦੇ ਬਾਰੇ ਵੀ ਗੁਰਬਾਣੀ ਨੇ ਸਾਨੂੰ ਆਪਣਾ ਨਿਰਣਾ ਦਿੱਤਾ ਹੈ। ਗੁਰਬਾਣੀ ਨੇ ਗੱਲ ਸਮਝਾ ਦਿੱਤੀ ਹੈ। ਸਤਿਗੁਰੂ ਕਹਿੰਦੇ ਉੱਥੇ ਜਾ ਕਰੀਏ ਕੀ? ਗੁਰਦੁਆਰਾ ਹੈ, ਹਰ ਕੀਰਤਨ ਸੁਣੀਏ, ਉਹਦੀ ਵਡਿਆਈ ਸੁਣੀਏ। ਫਿਰ ਉੱਥੇ ਕਰੀਏ ਸਤਿਗੁਰ ਭੇਟ, ਹਰ ਜਸ ਮੁਖ ਪੜੀਏ, ਗੁਰੂ ਨੂੰ ਮਿਲ ਕੇ ਗੁਰੂ ਦਾ ਜਸ ਮੂੰਹ ਤੋਂ ਬੋਲੀਏ, ਕਰੀਏ, ਕਹੀਏ, ਗਾਈਏ। ਕਲ ਕਲੇਸ਼ ਮਿਟਾਏ ਸਤਿਗੁਰ, ਹਰ ਦਰਗਾਹ ਦੇਵੈ ਮਾਨਾ ਹੈ। ਇਹਦਾ ਰਿਜ਼ਲਟ ਕੀ ਹੈ? ਨਤੀਜਾ ਕੀ ਹੈ? ਜਦੋਂ ਸਤਿਗੁਰ ਦਾ ਉਪਦੇਸ਼ ਸੁਣਿਆ ਜਾਂਦਾ, ਬੋਲਿਆ ਜਾਂਦਾ, ਗਾਇਆ ਜਾਂਦਾ, ਮੰਨਿਆ ਜਾਂਦਾ, ਕਲ ਕਲੇਸ਼ ਮਿਟਾਏ ਸਤਿਗੁਰ। ਸਤਿਗੁਰੂ ਕਲੇਸ਼ ਮਿਟਾਉਂਦਾ ਹੈ, ਜੀਵਨ ਵਿੱਚ ਆਨੰਦ ਲੈ ਆਉਂਦਾ। ਜੀਵਨ ਵਿੱਚ ਆਨੰਦ ਹੀ ਨਹੀਂ ਦਿੰਦਾ, ਆਪਣੇ ਨਾਲ ਵੀ ਮਿਲਾ ਲੈਂਦਾ, ਆਪਣੇ ਹਜ਼ੂਰੀ ਵੀ ਮਨਵਾਉਂਦਾ, ਮੰਨਣ ਦਾ ਸਮਾਂ ਦਿੰਦਾ। ਆਪਣੇ ਗੁਰਸਿੱਖ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਦਾ ਹੈ। ਜੇ ਅਸੀਂ ਗੁਰਦੁਆਰੇ ਚਲੇ ਵੀ ਜਾਈਏ ਹਾਜ਼ਰ ਹੋ ਕੇ, ਜੇ ਅਸੀਂ ਨਾ ਤਾਂ ਗੁਰੂ ਦੀ ਗੱਲ ਸੁਣੀਏ, ਸਪੋਜ਼ ਕਰ ਲਓ, ਤੇ ਨਾ ਹੀ ਸਤਿਗੁਰ ਦੇ ਜਸ ਵਿੱਚ ਕੋਈ ਆਪਣਾ ਚਿੱਤ ਜੋੜੀਏ ਜਾਂ ਮਨ ਜੋੜ ਕੇ ਬੈਠੀਏ ਕਿ ਗੱਲਾਂ ਵੱਲ ਧਿਆਨ ਹੋਵੇ, ਫਿਰ ਇਹਦੇ ਚ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਸਾਡੇ ਜੀਵਨ ਦੇ ਵਿੱਚੋਂ ਹਰ ਕਲੇਸ਼ ਬੈਠੇ ਨਹੀਂ ਮਿਟਦੇ, ਨਹੀਂ ਹੁੰਦੇ, ਜਸ ਜੀਵਨ ਸੁਖੀ ਨਹੀਂ ਹੁੰਦਾ। ਇਹ ਹੈਰਾਨੀ ਨਹੀਂ ਹੋਣੀ ਚਾਹੀਦੀ, ਕਿਉਂਕਿ ਸਤਿਗੁਰ ਸਥਾਨ ਕੇਵਲ ਗੱਲਾਂ ਕਰਨ ਦਾ ਨਹੀਂ ਹੈ। ਸਤਸੰਗਤ ਗੱਲਾਂ ਕਰਨ ਦਾ ਸਥਾਨ ਨਹੀਂ ਹੈ। ਸਤਸੰਗਤ ਗੁਰੂ ਦੇ ਗੁਣਾਂ ਦੀ ਵਿਚਾਰ ਦਾ ਨਾਮ ਹੈ। ਜੇ ਅਸੀਂ ਉੱਥੇ ਜਾ ਕੇ ਚਿੱਤ ਨਾ ਜੋੜਦੇ ਹੋਈਏ, ਭਾਵ ਇਕਾਗਰਤਾ ਸਾਡੀ ਨਾ ਬਣਦੀ ਹੋਵੇ, ਅਸੀਂ ਆਉਂਦੇ ਜਾਂਦੇ ਵੱਲ ਝਾਤੀਆਂ ਮਾਰਦੇ ਰਹੀਏ, ਲੋਕਾਂ ਦੇ ਸੂਟ ਵੇਖਦੇ ਰਹੀਏ, ਕੱਪੜਿਆਂ ਨੂੰ ਦੇਖਦੇ ਰਹੀਏ, ਫਲਾਣੇ ਨੇ ਕਿਹੜਾ ਸੂਟ ਪਾਇਆ, ਫਲਾਣੇ ਨੇ ਕਿਹੜਾ ਕੱਪੜਾ ਪਾਇਆ, ਸਾਡਾ ਸਾਰਾ ਧਿਆਨ ਇਸੇ ਪਾਸੇ ਹੀ ਲੱਗਾ ਰਹੇ, ਜੋ ਗੁਰੂ ਦੇ ਸ਼ਬਦ ਕੀਰਤਨ ਗਾਇਨ ਹੋ ਰਿਹਾ ਉਹਦੇ ਵੱਲ ਸਾਡੀ ਰੁਚੀ ਨਾ ਹੋਵੇ, ਗੁਰਬਾਣੀ ਦੀ ਕਥਾ ਵਿਚਾਰ ਅਸੀਂ ਨਾ ਸੁਣੀਏ, ਜੇ ਅਸੀਂ ਗੱਲ ਨਾ ਕਰੀਏ, ਤਾਂ ਫਿਰ ਇਹ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਜੀਵਨ ਨਹੀਂ ਬਦਲਿਆ। ਸਰੀਰਾਂ ਦੀ ਹਾਜ਼ਰੀ ਨਹੀਂ, ਸਤਸੰਗਤ ਮਨ ਦੀ ਹਾਜ਼ਰੀ ਹੈ। ਕੇਵਲ ਸਰੀਰਾਂ ਦੀ ਹਾਜ਼ਰੀ ਨਹੀਂ, ਸਤਸੰਗਤ ਮਨ ਦੀ ਹਜ਼ੂਰੀ ਹੈ। ਮਨ ਦੀ ਹਜ਼ੂਰੀ ਮਨ ਨਹੀਂ ਹੈ। ਜੇ ਸਾਡਾ ਮਨ ਨਹੀਂ ਟਿਕਦਾ ਤਾਂ ਫਿਰ ਭਟਕਣਾ ਮੁੱਕਣ ਦੀ ਥਾਂ ਤੇ ਹੋਰ ਵੱਧਦੀ ਜਾਂਦੀ ਹੈ। ਫਿਰ ਤਾਂ ਉਹ ਜਿਹੜਾ ਸ਼ਲੋਕ ਸ਼ੇਖ ਫਰੀਦ ਜੀ ਨੇ ਲਿਖਿਆ, ਕੁਆਰੀ ਤਾਂ ਚਾਓ ਵਿਆਹੀ ਤਾਂ ਮਾਮਲੇ, ਰਿਦਾ ਇਹੀ ਪਛੋਤਾਓ ਵੱਤ ਕੁਆਰੀ ਨਾ ਥੀ। ਇਹੋ ਹੀ ਭਾਵ ਹੈ ਉਹਦਾ। ਜਦੋਂ ਨਹੀਂ ਸੀ ਉਦੋਂ ਚਾਹੋ ਸੀ ਜਾਵਾਂਗੇ, ਹੋ ਜਾਏਗਾ, ਪਰ ਜੇ ਚਾਹ ਕੇ ਵੀ ਮਨ ਦਾ ਟਿਕਾਓ ਨਾ ਬਣਿਆ ਤਾਂ ਮਾਮਲੇ ਖੜੇ ਹੋ ਜਾਣਗੇ, ਤੇ ਸਾਰੀ ਜ਼ਿੰਦਗੀ ਦਾ ਪਛਤਾਵਾ ਹੀ ਹੋਏਗਾ। ਪਹਿਲੀ ਅਵਸਥਾ ਤੋਂ ਵੀ ਥੱਲੇ ਜਾ ਡਿੱਗੇਗਾ। ਜਿਹੜੀ ਅਵਸਥਾ ਮਨੁੱਖ ਦੀ ਸੀ ਉੱਥੋਂ ਵੀ ਥੱਲੇ ਜਾ ਡਿੱਗਦਾ, ਕਿਉਂਕਿ ਮਨ ਅੰਦਰ ਉਹ ਵਿਚਾਰ ਇਕਾਗਰ ਨਹੀਂ ਹੋਏ, ਮਨ ਅੰਦਰ ਵਿਚਾਰਾਂ ਦਾ ਸੰਗ੍ਰਹਿ ਜੁੜਿਆ ਨਹੀਂ ਹੈ। ਤਾਂ ਗੱਲ ਬੜੀ ਸਪਸ਼ਟ ਹੈ ਕਿ ਜੇ ਅਸੀਂ ਸੰਗਤ ਵਿੱਚ ਜਾ ਕੇ ਗੱਲਾਂ ਹੀ ਕਰਨੀਆਂ ਨੇ, ਧਿਆਨ ਨਹੀਂ ਜੋੜਨਾ, ਇੱਧਰ ਉੱਧਰ ਧਿਆਨ ਮਾਰਦੇ ਰਹਿਣਾ ਹੈ, ਫਿਰ ਭਟਕਣਾ, ਮਨ ਦਾ ਟਿਕਾਓ ਨਹੀਂ ਬਣ ਸਕਦਾ। ਇਹ ਮਿਟਣ ਦੀ ਥਾਂ ਤੇ ਕਲ ਕਲੇਸ਼ ਜ਼ਿੰਦਗੀ ਵਿੱਚ ਹੋਰ ਵੱਧਦੇ ਜਾਂਦੇ ਹਨ।
ਇਹ ਤਾਂ ਮਨ ਖੁੱਟੇ ਧਨ ਚੋਰ ਦੀ ਅਵਸਥਾ ਹੋਣ ਕਰਕੇ ਅਸੀਂ ਸਗੋਂ ਹੋਰ ਗੁਨਾਹਾਂ ਦੇ ਭਾਗੀਦਾਰ ਬਣਦੇ ਜਾਂਦੇ ਹਾਂ। ਗੁਨਾਹਾਂ ਦੇ ਭਾਗੀਦਾਰ ਬਣਦੇ ਜਾਂਦੇ ਹਾਂ। ਇਹਦਾ ਮਤਲਬ ਇਹ ਹੈ ਉੱਥੇ ਇਕਾਗਰਤਾ, ਮਨ ਦਾ ਟਿਕਾਓ ਕੇਵਲ ਸਰੀਰ ਨਹੀਂ, ਮਨ ਨੂੰ ਹਾਜ਼ਰ ਕਰਨਾ ਹੈ। ਇਹ ਨਾ ਹੋਵੇ ਕਿ ਹਾਜ਼ਰ ਗੈਰ ਹਾਜ਼ਰ ਤੇ ਗੈਰ ਹਾਜ਼ਰ ਹਾਜ਼ਰ ਹੋ ਜਾਣ। ਇਹ ਇੱਕ ਸਾਖੀ ਵੀ ਆਉਂਦੀ ਹੈ ਦਸਮ ਪਾਤਸ਼ਾਹ ਦੇ ਵੇਲੇ ਦੀ, ਜਿਹਨਾਂ ਦਾ ਮੈਂ ਬਹੁਤ ਜ਼ਿਕਰ ਨਹੀਂ ਕਰ ਰਿਹਾ, ਲੇਕਿਨ ਇੱਕ ਸਾਖੀ ਆਉਂਦੀ ਹੈ ਜਿੱਥੇ ਸਤਿਗੁਰੂ ਜੀ ਨੇ ਕਿਹਾ ਸੀ ਹਾਜ਼ਰ ਗੈਰ ਹਾਜ਼ਰ ਤੇ ਗੈਰ ਹਾਜ਼ਰ ਹਾਜ਼ਰ। ਕਠਪੁਤਲੀਆਂ ਜਿਹਾ ਦਾ ਤਮਾਸ਼ਾ ਹੋ ਰਿਹਾ ਸੀ। ਸਤਿਗੁਰੂ ਕੌਤਕ ਬੜੇ ਕਰਦੇ ਸਨ, ਕਲਗੀਧਰ ਪਾਤਸ਼ਾਹ ਜੀ। ਤੇ ਜਿਹੜੇ ਸਿੱਖ ਸਤਿਗੁਰੂ ਦੇ ਕੋਲ ਬੈਠੇ ਸਨ, ਉਹਨਾਂ ਦੇ ਦਿਮਾਗ 'ਚ ਇਹੀ ਘੁੰਮਦਾ ਰਿਹਾ, ਹਾਏ ਅਸੀਂ ਕਿਉਂ ਨਾ ਗਏ, ਕਠਪੁਤਲੀਆਂ ਦਾ ਤਮਾਸ਼ਾ ਹੋ ਰਿਹਾ। ਤੇ ਜਿਹੜੇ ਚੋਰੀ ਛੁਪੇ ਚਲੇ ਗਏ, ਉਹਨਾਂ ਦੇ ਅੰਦਰ ਭਾਵ ਬਣਿਆ ਰਿਹਾ ਵੀ ਅਸੀਂ ਤਮਾਸ਼ਾ ਦੇਖਣ ਤਾਂ ਆ ਗਏ। ਉਧਰ ਸਤਿਗੁਰੂ ਨੇ ਸਾਡੀ ਜੇ ਕਲਾਸ ਲੱਗ ਗਈ, ਸਤਿਗੁਰੂ ਨੇ ਸਾਨੂੰ ਪੁੱਛ ਲਿਆ, ਤਾਂ ਸਤਿਗੁਰੂ ਜੀ ਨੇ ਇਹ ਗੱਲ ਹੋਈ ਉੱਥੋਂ ਕਹੀ ਵੀ ਹਾਜ਼ਰ ਗੈਰ ਹਾਜ਼ਰ, ਗੈਰ ਹਾਜ਼ਰ ਹਾਜ਼ਰ। ਜਿਹੜੇ ਉੱਥੇ ਭਾਵੇਂ ਤਮਾਸ਼ਾ ਵੀ ਵੇਖਦੇ ਸਨ, ਧਿਆਨ ਤਾਂ ਉਹਨਾਂ ਦਾ ਗੁਰੂ ਵੱਲ ਜੁੜਿਆ ਹੋਇਆ ਸੀ, ਤੇ ਜਿਹੜੇ ਇੱਥੇ ਬੈਠੇ ਸਨ, ਇਹਦਾ ਤਾਂ ਤਮਾਸ਼ੇ ਵੱਲ ਜੁੜਿਆ ਹੋਇਆ ਸੀ। ਤਾਂ ਕਹਿਣ ਦਾ ਮੇਰਾ ਮਕਸਦ ਇਹ ਹੈ, ਸਤ ਸੰਗਤ ਵਿੱਚ ਇਕਾਗਰਤਾ ਦਾ ਹੋਣਾ ਬੜਾ ਜ਼ਰੂਰੀ ਹੈ। ਤਾਂ ਮਨੁੱਖ ਦੇ ਜਿਹੜੇ ਜੀਵਨ ਦੀ ਉਸਾਰੀ ਹੈ, ਜਿਹਨਾਂ ਸੰਸਕਾਰਾਂ ਦਾ ਹਿੱਸਾ ਹੈ, ਉਹ ਤਕਰੀਬਨ 3 ਤਰ੍ਹਾਂ ਬਣਦੇ ਹਨ। ਇੱਕ ਮਾਤਾ ਪਿਤਾ ਤੋਂ, ਜਦੋਂ ਬੱਚਾ ਜਨਮ ਤੋਂ ਪਹਿਲਾਂ ਗਰਭ ਵਿੱਚ ਹੁੰਦਾ, ਮਾਂ ਦੇ ਵਿੱਚ ਸੰਸਕਾਰ ਮਾਂ ਬਣਦੇ ਹਨ। ਇਹ ਗੱਲ ਮੰਨਣ ਵਾਲੀ ਹੈ ਕਿ ਮਾਂ ਦੇ ਗਰਭ ਵਿੱਚ ਵੀ ਬੱਚਾ ਆਪਣੇ ਸੰਸਕਾਰ ਬਣਾਉਂਦਾ ਹੈ। ਜਿਹੋ ਜਿਹੇ ਸੰਸਕਾਰ ਮਾਂ ਦੇ ਹੁੰਦੇ ਹਨ, ਉਹੋ ਜਿਹੇ ਸੰਸਕਾਰ ਬੱਚੇ ਦੇ ਹੁੰਦੇ ਹਨ। ਤੇ ਛੋਟਾ ਬੱਚਾ ਵੀ ਜਿਹੋ ਜਿਹੀ ਉਹਦੇ ਆਲੇ ਦੁਆਲੇ ਦਾ ਵਾਤਾਵਰਨ ਨੂੰ ਮਿਲਦਾ ਹੈ, ਭਾਵੇਂ ਉਹ ਬੋਲ ਨਹੀਂ ਸਕੇਗਾ, ਤੁਹਾਡੀ ਗੱਲ ਦਾ ਜਵਾਬ ਨਹੀਂ ਦੇਵੇਗਾ, ਲੇਕਿਨ ਉਹਦੇ ਸੰਸਕਾਰਾਂ ਦੇ ਅੰਦਰ ਅਚੇਤ ਮਨ ਦੇ ਵਿੱਚ ਉਹ ਖਿਆਲ, ਉਹ ਵਿਚਾਰ, ਉਹਦਾ ਆਲਾ ਦੁਆਲੇ ਦਾ ਪ੍ਰਭਾਵ ਜ਼ਰੂਰ ਕਬੂਲਦਾ ਹੈ, ਜ਼ਰੂਰ ਪੈਂਦਾ ਹੈ। ਜਿਹੜਾ ਸਬਕੌਂਸ਼ੀਅਸ ਮਾਈਂਡ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਜਦੋਂ ਉਸ ਅਚੇਤ ਮਨ ਵਿੱਚ ਗੱਲ ਚਲੀ ਜਾਂਦੀ ਹੈ, ਜਿਵੇਂ ਇਹ ਵੱਡਾ ਹੁੰਦਾ ਹੈ, ਉਹ ਗੱਲਾਂ ਉਹਦੇ ਜੀਵਨ 'ਚੋਂ ਪ੍ਰਗਟ ਹੁੰਦੀਆਂ ਹਨ। ਤੁਸੀਂ ਬੱਚੇ ਨੂੰ, ਛੋਟਾ ਬੱਚਾ ਜਨਮ ਲੈ ਲੈਂਦਾ ਹੈ, ਉਹਦੇ ਕੋਲ ਬੈਠੇ ਮੂਲ ਮੰਤਰ ਦਾ ਪਾਠ ਕਰਦੇ ਰਹੋ, ਉਹਦੇ ਕੋਲ ਵਾਹਿਗੁਰੂ ਦਾ ਜਾਪ, ਆਪਾਂ ਵਾਹਿਗੁਰੂ ਵਾਹਿਗੁਰੂ ਕਰਦੇ ਰਹੀਏ, ਉਹਦੇ ਕੋਲ ਅਸੀਂ ਬੈਠ ਕੇ ਗੁਰਬਾਣੀ ਦਾ ਪਾਠ ਕਰੀਏ, ਜ਼ਰੂਰ ਡੈਫੀਨੇਟ ਹੀ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਉਹ ਬੋਲਣਾ ਸਿੱਖੇਗਾ, ਉਹ ਗੱਲਾਂ ਉਹਦੇ ਜ਼ੁਬਾਨ ਦੇ ਉੱਤੇ ਆ ਜਾਂਦੀਆਂ ਹਨ ਔਰ ਜਲਦੀ ਸਿੱਖ ਜਾਂਦਾ ਹੈ, ਸਹਿਜੇ ਹੀ ਸਿੱਖ ਜਾਂਦਾ ਹੈ। ਇਹ ਗੱਲ ਇੱਕ ਬੜੀ ਜ਼ਰੂਰੀ ਹੈ, ਜਿਹੜੀ ਸਾਨੂੰ ਖਿਆਲ ਰੱਖਣ ਦੀ ਲੋੜ ਹੈ ਵੀ ਸਾਡੇ ਜੀਵਨ ਦੀ ਉਸਾਰੀ ਜਿਹੜੀ ਹੈ, ਜਿੱਥੇ ਇੱਥੇ ਇਹਨਾਂ ਦੇ ਤਿੰਨ ਤਰ੍ਹਾਂ ਦੀ ਹੁੰਦੀ ਹੈ। ਇੱਕ ਤਾਂ ਮਾਤਾ ਪਿਤਾ ਤੋਂ ਹੁੰਦੀ ਹੈ, ਦੂਜਾ ਸੰਗਤ ਤੋਂ ਹੁੰਦੀ ਹੈ। ਕਿਉਂਕਿ ਮੈਨ ਇਜ਼ ਏ ਸੋਸ਼ਲ ਐਨੀਮਲ, ਮਨੁੱਖ ਇੱਕ ਸਮਾਜਿਕ ਜਾਨਵਰ ਹੈ। ਇਸ ਲਈ ਦੂਸਰੇ ਦੇ ਸੰਗਤ ਤੇ ਉਸਦੇ ਵਿਚਾਰਾਂ ਦਾ ਅਸਰ ਬਹੁਤ ਜਲਦੀ ਕਬੂਲਦਾ ਹੈ। ਇਹ ਮਨ ਜਿਹੜਾ ਹੈ ਸਾਡਾ, ਦੂਸਰੇ ਦੇ ਸੰਗਤ ਵਿੱਚੋਂ ਵਿਚਾਰਾਂ ਦਾ ਅਸਰ ਜਲਦੀ ਕਬੂਲਦਾ ਹੈ। ਇਸ ਕਰਕੇ ਇਹਦਾ ਇੱਕ ਉਸਾਰੀ ਸਾਡੀ ਜਿਹੜੀ ਹੈ ਉੱਥੇ ਵੀ ਹੁੰਦੀ ਹੈ। ਤੀਜਾ ਹੈ ਮਨੁੱਖ ਦੇ ਨਿੱਜੀ, ਆਪਣੇ ਇੰਡੀਵਿਜੂਅਲ ਅਨੁਭਵ ਤੋਂ ਜਾਂ ਤਜਰਬੇ ਤੋਂ। ਇਸ ਤਰ੍ਹਾਂ ਵੀ ਮਨੁੱਖ ਦੇ ਜੀਵਨ ਦੀ ਘਾਟ ਘੜੀ ਜਾਂਦੀ ਹੈ। ਇਸ ਢੰਗ ਨਾਲ ਵੀ ਮਨੁੱਖ ਦੇ ਜੀਵਨ ਨੂੰ ਅਸੀਂ ਘੜ ਸਕਦੇ ਹਾਂ, ਨਿੱਜੀ ਤਜਰਬੇ ਤੋਂ। ਇਹਨਾਂ ਤਿੰਨਾਂ ਦੀ ਗੱਲ ਵਿੱਚ ਅਸੀਂ ਜਦੋਂ ਕਰਦੇ ਹਾਂ ਤਾਂ ਸੰਗਤ ਦਾ ਅਸਰ ਜਿਹੜਾ ਹੈ ਉਹ ਜ਼ਿਆਦਾ ਹੁੰਦਾ ਹੈ, ਕਿਉਂਕਿ ਮਨੁੱਖੀ ਜੀਵਨ ਦੀ ਨੀਂਹ ਵਿਚਾਰਾਂ ਦੇ ਉੱਤੇ ਨਿਰਭਰ ਹੈ। ਤੇ ਵਿਚਾਰ ਸੰਗਤ ਵਿੱਚੋਂ ਜਨਮ ਲੈਂਦੇ ਹਨ। ਜਦੋਂ ਵੱਖ-ਵੱਖ ਤਰ੍ਹਾਂ ਦੇ ਵਿਚਾਰ ਹੁੰਦੇ ਨੇ, ਉਹ ਸੰਗਤ ਦੇ ਵਿੱਚੋਂ ਮਿਲ ਸਕਦੇ ਹਨ। ਇਕੱਲਾ ਬੈਠ ਜਾਏ ਇਨਸਾਨ, ਸਾਰੀ ਜ਼ਿੰਦਗੀ ਜੇ ਇਕੱਲਾ ਬੰਦਾ ਬੈਠਾ ਹੋਵੇ, ਬੱਚਾ ਜਨਮ ਲੈਂਦਾ ਹੈ, ਬੱਚੇ ਦੇ ਕੋਲ ਕੋਈ ਨਾ ਹੋਵੇ, ਉਹਨੂੰ ਸਾਰੀ ਬੁਲਾਓ ਹੀ ਨਾ, ਉਹ ਸਾਰੀ ਤਾਂ ਬੋਲ ਨਹੀਂ ਸਕੇਗਾ। ਉਹਦੇ ਕੋਲ ਕੋਈ ਗੱਲ ਨਾ ਕਰੋ, ਬੋਲ ਨਹੀਂ ਸਕੇਗਾ। ਸਿੱਖਣਾ ਕਿੱਥੋਂ ਹੈ? ਕੋਲੋਂ, ਸਮਾਜ ਵਿੱਚੋਂ ਸਿੱਖਣਾ, ਮਾਤਾ ਪਿਤਾ ਕੋਲੋਂ ਸਿੱਖਣਾ, ਪਰਿਵਾਰ ਕੋਲੋਂ ਸਿੱਖਣਾ, ਉਹਦੇ ਅਸਰ ਨੂੰ ਕਬੂਲਣਾ ਹੈ। ਇੱਕ ਕਮਰੇ 'ਚ ਬੰਦ ਕਰ ਦਿਓ, ਬਸ ਬੱਚੇ ਨੂੰ ਸੰਗਤ ਨਾ ਦਿਓ। ਜਿਹੜੇ ਬੱਚੇ ਤੁਸੀਂ ਦੇਖੋਗੇ, ਘਰ ਅਸੀਂ ਗ੍ਰਸਤੀ ਹਾਂ,
ਜਿਨ੍ਹਾਂ ਘਰਾਂ ਵਿੱਚ ਬੱਚੇ ਹੁੰਦੇ ਨੇ ਉਹ ਬੱਚੇ ਉੱਥੇ ਜਲਦੀ ਬੋਲਣਾ ਸਿੱਖਦੇ ਆ, ਪਰ ਜਦੋਂ ਪਹਿਲਾ ਬੱਚਾ ਘਰ 'ਚ ਹੁੰਦਾ ਦੇਰ ਨਾਲ ਬੋਲਣਾ ਸਿੱਖਦਾ। ਜਾਂ ਤਾਂ ਮਾਂ-ਬਾਪ ਉਹਨੂੰ ਟਾਈਮ ਪੂਰਾ ਦਿੰਦੇ ਹੋਣ, ਉਹ ਜਲਦੀ ਸਿੱਖ ਜਾਂਦਾ, ਤੇ ਜੇ ਮਾਂ-ਬਾਪ ਸਮਾਂ ਨਹੀਂ ਦਿੰਦੇ ਤੇ ਬੱਚਾ 3-3 ਸਾਲ 4-4 ਸਾਲ ਵੀ ਬੋਲਣਾ ਨਹੀਂ ਸਿੱਖਦਾ। ਉਹਦਾ ਕਾਰਨ ਕੀ ਹੈ? ਸੰਗਤ ਦੇ ਅਸਰ ਨੂੰ ਬੱਚਾ ਕਬੂਲਦਾ ਹੈ, ਉੱਥੋਂ ਬੱਚਾ ਸਿੱਖਦਾ ਹੈ। ਇਹ ਸੰਗਤ ਦਾ ਇੱਕ ਅਸਰ ਪੈਂਦਾ ਹੈ, ਛੋਟੇ ਬੱਚੇ ਤੋਂ ਲੈ ਕੇ ਵੱਡੇ ਮਨੁੱਖ ਤੱਕ ਵੀ ਇਹ ਸੰਗਤ ਦਾ ਅਸਰ ਜਿਹੜਾ ਹੈ ਕਬੂਲਦਾ ਰਹਿੰਦਾ ਹੈ। ਕਿਉਂ? ਅਸੀਂ ਗੱਲ ਕਰ ਸਕਦੇ ਹਾਂ ਵੀ ਸੰਗਤ ਦਾ ਮਨੁੱਖੀ ਜੀਵਨ ਵਿੱਚ ਇੱਕ ਸਪੈਸ਼ਲ ਜਗ੍ਹਾ ਹੈ, ਸਪੈਸ਼ਲ ਸਥਾਨ ਹੈ। ਸੰਗਤ ਤੋਂ ਰਲ ਕੇ ਜਦੋਂ ਮਨੁੱਖ ਦੂਜਿਆਂ ਨਾਲ ਮਿਲ ਕੇ ਕੰਮ ਕਰਦਾ ਹੈ ਤਾਂ ਉਸਦੇ ਕੰਮ ਕਰਨ ਦੀ ਸ਼ਕਤੀ ਆਟੋਮੈਟਿਕ ਵੱਧ ਜਾਂਦੀ ਹੈ, ਆਪਣੇ ਆਪ ਵੱਧ ਜਾਂਦੀ ਹੈ। ਜਿਵੇਂ ਸਮਾਜਿਕ ਜੀਵਨ ਵਿੱਚ ਆਮ ਇਕੱਠ ਮਨੁੱਖ ਨੂੰ ਜੀਵਨ ਦੇ ਹੋਰ ਨੁਕਤਿਆਂ ਤੋਂ ਜਾਂ ਹੋਰ ਪਹਿਲੂਆਂ ਵਿੱਚ ਉੱਨਤੀ ਕਰਦੇ ਹਨ, ਇਸੇ ਤਰ੍ਹਾਂ ਆਤਮਿਕ ਉੱਨਤੀ ਲਈ ਸਤ ਸੰਗਤ ਦਾ ਹੋਣਾ ਵੀ ਇੱਕ ਜ਼ਰੂਰੀ ਹੈ, ਇੱਕ ਉੱਚਾ ਸਾਧਨ ਹੈ, ਇੱਕ ਉੱਤਮ ਸਾਧਨ ਹੈ। ਇਹ ਆਤਮਿਕ ਜੀਵਨ ਦੀ ਉਸਾਰੀ ਲਈ ਵੀ ਇੱਕ ਉੱਤਮ ਸਾਧਨ ਹੈ। ਤਾਂ ਸਿੱਖ ਧਰਮ ਵਿੱਚ ਸਤ ਸੰਗਤ ਦਾ ਜੋ ਖਿਆਲ ਦਿੱਤਾ ਗਿਆ, ਇਹ ਪਹਿਲੇ ਖਿਆਲਾਂ ਤੋਂ ਵੱਖਰਾ ਤੇ ਨਵਾਂ ਹੈ। ਪੁਰਾਣੇ ਮੱਤਾਂ ਦੇ ਵਿੱਚ ਵਿਅਕਤੀਗਤ ਆਚਰਣ ਦੀ, ਕਰੈਕਟਰ ਦੀ ਉਸਾਰੀ ਤੇ ਜ਼ੋਰ ਦਿੱਤਾ ਗਿਆ ਸੀ। ਆਪਣੇ ਆਪ ਆਪਣੇ ਕਰੈਕਟਰ ਦੇ ਕਿਰਦਾਰ ਦੀ ਉਸਾਰੀ ਵਿੱਚ ਰਿਸ਼ੀਆਂ ਨੇ ਜੰਗਲਾਂ 'ਚ ਜਾ ਕੇ ਤਪ ਕਰਨਾ, ਬੋਧੀਆਂ ਨੇ ਮਠਾਂ ਦੇ ਸੂਬਿਆਂ ਵਿੱਚ ਮਨ ਨੂੰ ਇਕਾਗਰ ਕਰਨਾ, ਜੋਗੀ ਇਕਾਂਤਵਾਸ ਕਰਕੇ ਸਮਾਧੀ ਲਾ ਕੇ ਅਨਹਦ ਸ਼ਬਦ ਸੁਣਨ ਦੀ ਗੱਲ ਕਰਦੇ ਸਨ। ਹਿੰਦੁਸਤਾਨ ਦੇ ਜੇ ਮੰਦਿਰਾਂ ਦੀ ਜੇ ਅਸੀਂ ਬਣਤਰ ਨੂੰ ਵੇਖਦੇ ਹਾਂ ਤਾਂ ਇਹ ਗੱਲ ਸਮਝ ਆਉਂਦੀ ਹੈ ਕਿ ਮੰਦਿਰ ਵਿੱਚ ਸਿਰਫ ਠਾਕੁਰ ਜਾਂ ਪੁਜਾਰੀ ਲਈ ਥਾਂ ਹੁੰਦੀ ਸੀ। ਅਸੀਂ ਦੇਖਦੇ ਹਾਂ ਜੇ ਮੰਦਿਰਾਂ ਦੀ ਬਣਤਰ ਦੇਖਦੇ ਹਾਂ, ਸਿਰਫ ਇੱਕ ਮੂਰਤੀ ਜਾਂ ਉਹਦਾ ਪੂਜਾ ਕਰਨ ਵਾਲਾ, ਸਿਰਫ ਉਹਦੀ ਉਨੀ ਕੁ ਥਾਂ ਹੁੰਦੀ ਸੀ। ਤੀਰਥਾਂ ਤੇ ਕੁੰਭ ਮੇਲੇ ਲੱਗਦੇ ਸੀ ਕਦੀ ਕਿਤਾਈ, ਇਹਨਾਂ ਵਿੱਚੋਂ ਸਾਰੇ ਉੱਥੇ ਵੀ ਸਾਰੇ ਲੋਕ ਨਹੀਂ ਸੀ ਜਾ ਸਕਦੇ। ਇਸ ਤਰ੍ਹਾਂ ਜਿਹੜੇ ਸਰਮਾਏਦਾਰਾ ਦੁਨੀਆ ਹੁੰਦੀ ਹੈ, ਸਰਮਾਏਦਾਰੀ ਨਿਜ਼ਾਮ ਹੁੰਦਾ ਹੈ, ਉਹਦੇ 'ਚ ਕੁਝ ਆਦਮੀ ਬਹੁਤ ਧਨਾੜ ਬਣ ਜਾਂਦੇ ਹਨ, ਅਮੀਰ ਬਣ ਜਾਂਦੇ ਹਨ, ਤੇ ਸਧਾਰਨ ਲੋਕੀ ਬੜੇ ਕੰਗਾਲ ਹੋ ਜਾਂਦੇ ਆ। ਇਹੀ ਹਾਲਤ ਪੁਰਾਤਨ ਵਿਅਕਤੀਗਤ ਧਰਮ ਦੀਆਂ ਸੀ। ਕੁਝ ਲੋਕ ਤਾਂ ਜਿਹੜੇ ਨੇੜੇ, ਜਿਨ੍ਹਾਂ ਨੂੰ ਉੱਚ ਜਾਤੀ ਕਹਿ ਲਈਏ ਜਾਂ ਹੋਰ ਕਹਿ ਲਈਏ, ਜਿਨ੍ਹਾਂ ਨੂੰ ਮਾਨ ਨੇੜੇ ਬਹਿਣ ਦਾ ਮਾਨ ਮਿਲ ਗਿਆ, ਤੇ ਦੂਜਿਆਂ ਨੂੰ ਧਰਕਾਰ ਦਿੱਤਾ ਜਾਂਦਾ ਸੀ, ਨੇੜੇ ਹੀ ਨਹੀਂ ਸੀ ਜਾ ਸਕਦੇ। ਪਰ ਸਿੱਖ ਧਰਮ ਨੇ ਸਤ ਸੰਗਤ ਰੋਜ਼ਾਨਾ ਕਰਨ ਦਾ ਖਿਆਲ ਦੇ ਕੇ ਇੱਕ ਇਕੁਐਲਿਟੀ ਪੈਦਾ ਕੀਤੀ ਹੈ। ਇੱਥੇ ਆਤਮਿਕ ਉਸਾਰੀ ਦੀ ਗੱਲ ਕੀਤੀ, ਉੱਥੇ ਸਮਾਜ ਵਿੱਚ ਇਕੁਐਲਿਟੀ ਦੀ ਵੀ ਗੱਲ ਕੀਤੀ ਹੈ। ਜਿਹੜੀ ਸਤ ਸੰਗਤ ਦਾ ਖਿਆਲ ਹੈ ਵੀ ਇੱਕੋ ਜਿਹਾ ਸਾਰਿਆਂ ਨੂੰ ਕਰਨਾ, ਭਾਵੇਂ ਕਿਸੇ ਜਾਤ ਬਰਾਦਰੀ ਭਾਵ ਤੇ ਬੈਠਾ ਹੋਵੇ ਤਾਂ ਉਹਦੇ ਵਿੱਚੋਂ ਉਹਨੂੰ ਸਤ ਸੰਗਤ ਵਿੱਚ ਇੱਕੋ ਜਿਹੇ ਹੋਣ ਦੇ ਬਹਿਣ ਦੀ ਗੱਲ ਕੀਤੀ ਹੈ। ਤਾਂ ਜਿੱਥੇ ਸਿੱਖ ਧਰਮ ਨੇ ਕੇਵਲ ਆਪਣੇ ਕਿਰਦਾਰ ਦੀ ਉਸਾਰੀ ਦੀ ਗੱਲ ਨਹੀਂ ਕੀਤੀ, ਸਿੱਖ ਧਰਮ ਨੇ ਜਮਾਤੀ ਸਮਾਜ ਦੀ ਕਿਰਦਾਰ ਦੀ ਉਸਾਰੀ ਦੀ ਗੱਲ ਵੀ ਕੀਤੀ ਹੈ। ਕੇਵਲ ਆਪਣੇ ਤੱਕ ਧਰਮ ਨੂੰ ਸੀਮਿਤ ਨਹੀਂ ਰੱਖਿਆ ਸਿੱਖ ਧਰਮ ਨੇ, ਇਹਨੇ ਕਹਿ ਲਈਏ ਜਾਤੀ ਨਹੀਂ ਜਮਾਤੀ ਗੱਲ ਕੀਤੀ ਹੈ, ਸਮਾਜ ਨੂੰ ਸਿਰਜਣਾ ਦੀ ਗੱਲ ਕੀਤੀ ਹੈ, ਸਮਾਜ ਕਿਵੇਂ ਘੜਿਆ ਜਾਂਦਾ ਉਹਦੀ ਗੱਲ ਕੀਤੀ ਹੈ। ਅਸੀਂ ਜੇ ਕ੍ਰਿਸਚੈਨਿਟੀ ਨੂੰ ਦੇਖਦੇ ਹਾਂ, ਇਸਲਾਮ ਨੂੰ ਦੇਖਦੇ ਹਾਂ, ਇਹ ਸਮਾਜਿਕ ਧਰਮ ਹਨ। ਇਹਨਾਂ 'ਚ ਮਿਲ ਜੁਲ ਕੇ ਉਹ 'ਚ ਨਮਾਜ਼ ਪੜ੍ਹੀ ਜਾਂਦੀ ਹੈ, ਉਹਦੇ 'ਚ ਹੋਲੀ ਕਮਿਊਨਿਜ਼ਮ ਪ੍ਰਸਾਦ ਦੇਣ ਦਾ ਰਿਵਾਜ ਸੀ, ਪਰ ਇਹਨਾਂ ਵਿੱਚ ਖੁਦਾ ਜਾਂ ਪੈਗੰਬਰ ਦੀ ਆਤਮਾ ਕੰਮ ਨਹੀਂ ਕਰਦੀ, ਮੰਨੀ ਨਹੀਂ। ਸਿੱਖ ਸੰਗਤ ਵਿੱਚ ਨਿਰਾ ਇਹ ਖਿਆਲ ਕੰਮ ਨਹੀਂ ਕਰਦਾ ਕਿ ਧਾਰਮਿਕ ਅਸੂਲਾਂ ਤੋਂ ਬਿਨਾਂ ਸੰਗਤ ਇਕੱਠੀ ਹੋਈ ਹੋਵੇ। ਸਿੱਖ ਧਰਮ ਦੀ ਭਾਵਨਾ ਇਹ ਕੰਮ ਕਰਦੀ ਹੈ ਕਿ ਸੰਗਤ ਵਿੱਚ ਵਾਹਿਗੁਰੂ ਜਾਂ ਗੁਰੂ ਆਪ ਨਿਵਾਸ ਕਰਦੇ ਹਨ, ਵੀ ਸੰਗਤ ਹਰ ਤਰ੍ਹਾਂ ਵਸੇ ਜੀਓ ਦੀ ਗੱਲ ਅਸੀਂ ਗੱਲ ਕਰਦੇ ਹਾਂ। ਦੂਜੇ ਧਰਮਾਂ ਵਿੱਚ ਵੀ ਸੰਗਤ ਹੈ, ਲੇਕਿਨ ਉਹਨਾਂ ਦਾ ਇਹ ਵਿਸ਼ਵਾਸ ਨਹੀਂ ਹੈ ਵੀ ਇੱਥੇ ਅੱਲਾ ਹੈ ਜਾਂ ਬੈਠਾ ਹੈ।
ਉਹ ਅੱਲਾ ਨੂੰ ਯਾਦ ਕਰਨ ਲਈ ਗੱਲ ਕਰਦੇ, ਪਰ ਸਾਡੇ ਧਰਮ ਵਿੱਚ ਇੱਕ ਖਾਸੀਅਤ ਇਹ ਹੈ ਵੀ ਇਹਦੇ ਵਿੱਚ ਸੰਗਤ ਹਰ ਪ੍ਰਭ ਵਸੇ ਜੀਉ ਦੀ ਸਤਿਗੁਰੂ ਦੇ ਵਸੇ ਹੋਣ ਦੀ ਗੱਲ ਕੀਤੀ ਜਾਂਦੀ ਹੈ। ਇਹਦੀ ਇਹ ਭਾਵਨਾ ਕੰਮ ਕੀਤੀ ਹੈ ਜਿਹੜੀ ਕਿਸੇ ਹੋਰ ਆਮ ਮਜ਼ਹਬ ਵਿੱਚ ਨਹੀਂ ਮਿਲਦੀ। ਸਤ ਸੰਗਤ ਨੂੰ ਸਾਰਿਆਂ ਤੋਂ ਉੱਤਮ ਕਿਹਾ ਗਿਆ, ਪਰ ਵਾਹਿਗੁਰੂ ਤੇ ਗੁਰੂ ਦਾ ਨਿਵਾਸ ਵੀ ਸੰਗਤ ਵਿੱਚ ਹੋਣ ਦੀ ਗੱਲ ਕੀਤੀ ਗਈ ਹੈ। ਇਹ ਸਿਧਾਂਤ ਕੇਵਲ ਤਾਂ ਕੇਵਲ ਗੁਰੂ ਘਰ ਨੇ ਪੇਸ਼ ਕੀਤਾ ਹੈ ਜਾਂ ਗੁਰਮਤ ਨੇ ਪੇਸ਼ ਕੀਤਾ ਹੈ। ਵਿੱਚ ਸੰਗਤ ਹਰ ਪ੍ਰਭ ਵਸੇ ਜੀਉ ਦਾ ਸਿਧਾਂਤ ਕੇਵਲ ਗੁਰੂ ਨੇ ਹੀ ਪੇਸ਼ ਕੀਤਾ ਹੈ ਜਾਂ ਗੁਰਮਤ ਵਿੱਚ ਪੇਸ਼ ਕੀਤਾ ਹੈ। ਭਾਈ ਗੁਰਦਾਸ ਜੀ ਦੀ ਇੱਕ ਲੇਖਣੀ ਆਉਂਦੀ ਹੈ ਜਿਹਦੇ ਚੋਂ ਲਿਖਦੇ ਸੰਗਤ ਵਿੱਚ ਪ੍ਰਭੂ ਦਾ ਆਪਣਾ ਵਾਸਾ ਹੁੰਦਾ ਹੈ। ਉਹ ਕਹਿੰਦੇ ਨੇ, ਭਾਈ ਸਾਹਿਬ ਲਿਖਦੇ ਨੇ, ਨਿਜ ਘਰ ਮੇਰੋ ਸਾਧ ਸੰਗਤ ਨਾਰਦ ਮੁਨ, ਦਰਸ਼ਨ ਸਾਧ ਸੰਗ ਮੇਰੋ ਨਿਜ ਰੂਪ ਹੈ। ਕਵਿਤ ਹੈ ਭਾਈ ਸਾਹਿਬ ਦਾ 303 ਨੰਬਰ ਕਵਿਤ ਹੈ ਜਿਹੜਾ ਭਾਈ ਗੁਰਦਾਸ ਜੀ ਨੇ ਲਿਖਿਆ। ਨਿਜ ਘਰ ਮੇਰੋ ਸਾਧ ਸੰਗਤ ਨਾਰਦ ਮੁਨ, ਦਰਸ਼ਨ ਸਾਧ ਸੰਗ ਮੇਰੋ ਨਿਜ ਰੂਪ ਹੈ। ਸਾਧ ਸੰਗ ਮੇਰੋ ਮਾਤਾ ਪਿਤਾ ਉਕਟੰਬ ਸਖਾ, ਸਾਧ ਸੰਗ ਮੇਰੋ ਸੁਤ ਸ੍ਰੇਸ਼ਟ ਅਨੂਪ ਹੈ। ਸਾਧ ਸੰਗ ਸਰਬ ਨਿਧਾਨ ਪ੍ਰਾਨ ਜੀਵਨ ਮੈਂ, ਸਾਧ ਸੰਗ ਨਿਜ ਪਦ ਸੇਵਾ ਦੀਪ ਧੂਪ ਹੈ। ਸਾਧ ਸੰਗ ਰਾਮ ਰਸ ਭੋਗ ਸੁਖ ਸਹਿਜ ਮੈਂ, ਸਾਧ ਸੰਗ ਸੋਭਾ ਅਤ ਉਪਮਾ ਉਹ ਅਨੂਪ ਹੈ। ਭਾਵ ਬੜਾ ਸਪਸ਼ਟ ਹੈ। ਭਾਈ ਸਾਹਿਬ ਕਹਿੰਦੇ ਜਿਹੜਾ ਮੇਰਾ ਸਤ ਸੰਗਤ ਦੇ ਵਿੱਚ ਮੇਰਾ ਵਾਸਾ ਹੈ, ਸਾਧ ਸੰਗਤ ਦਾ ਦਰਸ਼ਨ ਹੈ, ਇਹ ਮੈਨੂੰ ਸਭ ਤੋਂ ਉੱਤਮ ਹੈ। ਇਹੀ ਮੇਰੇ ਮਾਤਾ ਪਿਤਾ ਹਨ, ਇਹੀ ਮੇਰਾ ਕੁਟੰਬ ਸਖਾ ਹੈ, ਇਹੋ ਹੀ ਮੇਰੇ ਬੱਚੇ ਹਨ। ਸ੍ਰੇਸ਼ਟ ਸੁਤ ਸ੍ਰੇਸ਼ਟ ਅਨੂਪ ਹੈ, ਖੂਬਸੂਰਤ ਹਨ। ਇਹਦੇ ਵਿੱਚੋਂ ਹੀ ਮੈਨੂੰ ਸਾਰੇ ਖਜ਼ਾਨੇ ਮਿਲਦੇ ਹਨ। ਇਹ ਮੇਰੀ ਉੱਤਮ ਸੇਵਾ ਹੈ। ਸੇਵਾ ਦੀ ਜਾਂਚ ਵੀ ਮੈਂ ਇੱਥੋਂ ਹੀ ਸਿੱਖਦਾ ਹਾਂ, ਸੇਵਾ ਵੀ ਮੈਨੂੰ ਇੱਥੋਂ ਹੀ ਮਿਲਦੀ ਹੈ। ਇਹੋ ਹੀ ਮੇਰੇ ਸੁੱਖ ਰਸ ਦਾ ਇੱਕ ਸਾਧਨ ਹੈ। ਇਹੋ ਹੀ ਮੈਨੂੰ ਆਤਮਿਕ ਬੁਲੰਦੀਆਂ ਤੇ ਲੈ ਕੇ ਜਾਂਦਾ ਹੈ। ਭਾਈ ਸਾਹਿਬ ਜੀ ਜਿਹੜੀ ਗੱਲ ਕਰਦੇ ਨੇ, ਕਹਿੰਦੇ ਇਹ ਮੈਨੂੰ ਆਤਮਿਕ ਉਸਾਰੀ ਮੇਰੀ ਇਹੋ ਹੀ ਕਰਦੀ ਹੈ। ਭਾਈ ਸਾਹਿਬ ਜੀ ਨੇ ਇੱਕ ਜਗ੍ਹਾ ਤੇ ਹੋਰ ਵੀ ਲਿਖਿਆ, ਇੱਕ ਸਿੱਖ ਦੋਏ ਸਾਧ ਸੰਗ। ਭਾਵ ਇੱਕ ਸਿੱਖ ਹੈ, ਪਰ ਜਦੋਂ ਨਾਮ ਬਾਣੀ ਤੇ ਗੁਰਮਤ ਵਿਚਾਰ ਕਰਨ ਲਈ ਦੋ ਸਿੱਖ ਮਿਲਦੇ ਹਨ ਤਾਂ ਉਹ ਸੰਗਤ ਰੂਪ ਹੋ ਜਾਂਦੇ ਹਨ। ਹੁਣ ਇਸੇ ਕਰਕੇ ਹੀ ਸਿੱਖ ਧਰਮ ਦੇ ਵਿੱਚ ਗ੍ਰਸਤੀ ਮਤ ਨੂੰ ਉੱਤਮ ਮੰਨਿਆ ਗਿਆ ਹੈ। ਜਦੋਂ ਪਤੀ ਨਾਲ ਪਤਨੀ ਜੁੜਦੀ ਹੈ, ਜਦੋਂ ਪਤਨੀ ਨਾਲ ਪਤੀ ਜੁੜ ਜਾਂਦਾ ਹੈ, ਇਹ ਫਿਰ ਦੋ ਨਹੀਂ ਹੁੰਦੇ, ਦੋਏ ਸਤ ਸੰਗਤ ਦੇ ਰੂਪ ਵਿੱਚ ਜੁੜਦੇ ਹਨ। ਇਸੇ ਕਰਕੇ ਹਦਾਇਤ ਹੈ ਪਤੀ ਪਤਨੀ ਸਵੇਰੇ ਉੱਠ ਕੇ ਵਾਹਿਗੁਰੂ ਦੀ ਯਾਦ ਵਿੱਚ ਜੁੜਨ, ਵਾਹਿਗੁਰੂ ਦਾ ਨਾਮ ਵਿੱਚ ਜੁੜਨ, ਉਹਦੀ ਯਾਦ ਵਿੱਚ ਜੁੜਨ, ਬਾਣੀ ਪੜ੍ਹਨ। ਤਾਂ ਇਹ ਇੱਕ ਸਤ ਸੰਗਤ ਦਾ ਇੱਕ ਹਿੱਸਾ ਹੈ। ਇੱਥੇ ਵੀ ਸਤ ਸੰਗਤ ਦੀ ਗੱਲ ਕੀਤੀ ਗਈ ਹੈ। ਜਦੋਂ ਨਾਮ ਬਾਣੀ ਦਾ ਅਭਿਆਸ, ਇੱਕ ਸਿੱਖ ਦੋਏ ਸਾਧ ਸੰਗਤ ਦੀ ਗੱਲ ਜਿਹੜੀ ਹੈ ਉਹ ਸਾਨੂੰ ਇਸ ਗ੍ਰਸਤੀ ਜੀਵਨ ਚ ਮਿਲਦੀ ਹੈ। ਤਾਂ ਭਾਈ ਗੁਰਦਾਸ ਜੀ ਨੇ ਜਿਹੜੀਆਂ ਗੱਲਾਂ ਲਿਖੀਆਂ ਉਹ ਬੜੇ ਕਮਾਲ ਦੀਆਂ ਗੱਲਾਂ ਸਾਨੂੰ ਸਮਝਾਉਂਦੇ ਹਨ। ਜੇ ਭਾਈ ਨੰਦ ਲਾਲ ਸਿੰਘ ਜੀ ਨੂੰ ਕਹੀਏ, ਭਾਈ ਸਾਹਿਬ ਤੁਹਾਡਾ ਕੀ ਵਿਚਾਰ ਹੈ ਇਹਦੇ ਬਾਰੇ, ਤਾਂ ਭਾਈ ਸਾਹਿਬ ਕਹਿੰਦੇ ਨੇ, ਇਹ ਮੇਰੇ ਪਿਆਰੇ, ਜੇਕਰ ਭਲੇ ਪੁਰਸ਼ਾਂ ਦੀ ਸੰਗਤ ਪ੍ਰਾਪਤ ਹੋਵੇ ਤਾਂ ਮੈਨੂੰ ਅਬਨਾਸ਼ੀ ਧਨ ਦੀ ਪ੍ਰਾਪਤੀ ਹੋ ਜਾਂਦੀ, ਨਾ ਨਾਸ਼ ਹੋਣ ਵਾਲਾ ਧਨ ਮਿਲ ਜਾਂਦਾ ਹੈ। ਸਤ ਸੰਗਤ ਦੇ ਪ੍ਰਭਾਵ ਕਰਕੇ ਮੈਂ ਮਿੱਟੀ ਦੇ ਇੱਕ ਕਿਣਕੇ ਨੂੰ ਜਹਾਨ ਦਾ ਸੂਰਜ ਬਣਿਆ ਵੇਖਿਆ ਹੈ। ਇਹ ਭਾਈ ਸਾਹਿਬ ਜੀ ਦੀ ਰਚਨਾ ਹੈ। ਤੇ ਸੌਰੀ ਜੀ, ਮਾਫ ਕਰ ਦਿਓ। ਪਰ ਇੱਕ ਜਗ੍ਹਾ ਜਦੋਂ ਹੋਰ ਵੀ ਬੜਾ ਲਿਖਿਆ, ਬੜਾ ਕਮਾਲ ਦੀ ਗੱਲ ਲਿਖੀ। ਕਹਿੰਦੇ ਆ ਹਜ਼ੂਮੇ ਖੁਸ਼ਕ ਬਹਿਰੇ ਜ਼ਿੰਦਗੀ ਆਸਤ, ਆ ਹਜ਼ੂਮੇ ਖੁਸ਼ਕ ਬਹਿਰੇ ਬੰਦਗੀ ਆਸਤ, ਆ ਹਜ਼ੂਮੇ ਕਿਸਕ ਬਾਰੇ ਯਾਦ ਉਸਤ, ਆ ਹਜ਼ੂਮੇ ਖੁਸ਼ਕ ਹਕ ਬੁਨਿਆਦ ਉਸਤ। ਕਮਾਲ ਦੀਆਂ ਗੱਲਾਂ ਭਾਈ ਸਾਹਿਬ ਨੇ ਲਿਖੀਆਂ ਸਾਡੇ ਲਈ, ਭਾਈ ਨੰਦ ਲਾਲ ਸਿੰਘ ਜੀ। ਆ ਹਜ਼ੂਮੇ, ਉਹ ਹਜ਼ੂਮ ਚੰਗਾ ਹੈ, ਉਹ ਇਕੱਠ ਚੰਗਾ ਹੈ ਜੋ ਜੀਵਨ ਤੇ ਬੰਦਗੀ ਲਈ ਹੈ। ਦੇਖੋ ਕਿਆ ਕਮਾਲ ਦੀ ਗੱਲ ਹੈ। ਆ ਹਜ਼ੂਮੇ ਖੁਸ਼ਕ ਬਹਿਰੇ ਜ਼ਿੰਦਗੀ ਹੈ, ਜਿਹੜਾ ਜ਼ਿੰਦਗੀ ਲਈ ਤੇ ਬੰਦਗੀ ਲਈ ਹੈ ਉਹ ਇਕੱਠ ਚੰਗਾ ਹੈ। ਉਹ ਇਕੱਠ ਚੰਗਾ ਹੈ, ਉਹ ਸਮਾਗਮ ਚੰਗਾ ਹੈ ਜਿੱਥੇ ਉੱਥੇ ਵਾਹਿਗੁਰੂ ਦੀ ਯਾਦ ਆਉਂਦੀ ਹੈ।
ਉਹ ਇਕੱਠ ਚੰਗਾ ਹੈ, ਉਹ ਮਿਲਾਪ ਚੰਗਾ ਹੈ, ਜਿਸ ਦਾ ਮੂਲ ਕਾਰਨ ਵਾਹਿਗੁਰੂ ਹੈ। ਉਹ ਇਕੱਠ ਚੰਗਾ ਹੈ। ਭਾਈ ਨੰਦ ਲਾਲ ਸਿੰਘ ਜੀ ਦੀ ਰਚਨਾ ਕਮਾਲ ਦੀਆਂ, ਸਾਨੂੰ ਉਹਨਾਂ ਦੀਆਂ ਰਚਨਾਵਾਂ ਜ਼ਿਆਦਾ ਫਾਰਸੀ ਵਿੱਚ ਹਨ, ਆਉਂਦੀ ਨਹੀਂ, ਜਿਸ ਕਰਕੇ ਅਸੀਂ ਉਹਦਾ ਆਨੰਦ ਪੂਰੀ ਤਰ੍ਹਾਂ ਨਹੀਂ ਲੈ ਸਕਦੇ। ਪਰ ਜਿੰਨੇ ਕੁ ਯਤਨ ਜੋ ਪੜ੍ਹਨ ਨੂੰ ਮਿਲਦਾ ਹੈ ਜਾਂ ਅਰਥ ਭਾਵ ਮਿਲਦੇ ਹਨ, ਵਾਕਿਆ ਹੀ ਉਹਦਾ ਆਨੰਦ ਜਿਹੜਾ ਹੈ ਆਪਣਾ ਹੀ ਹੈ। ਭਾਈ ਮਨੀ ਸਿੰਘ ਜੀ ਨੇ ਵੀ ਚਾਰ ਦੁਆਰੇ ਪਰਮੇਸ਼ਰ ਦੇ ਮਿਲਣ ਦੇ ਲਿਖੇ ਹਨ ਭਗਤ ਰਤਨਾਵਲੀ ਦੇ ਵਿੱਚ। ਦੋ ਕੁ ਪੁਸਤਕਾਂ ਭਾਈ ਮਨੀ ਸਿੰਘ ਜੀ ਦੀਆਂ, ਭਗਤ ਰਤਨਾਵਲੀ ਤੇ ਗਿਆਨ ਰਤਨਾਵਲੀ, ਮਿਲਦੀਆਂ ਹਨ। ਪਰ ਭਗਤ ਰਤਨਾਵਲੀ ਵਿੱਚ ਉਹ ਕਹਿੰਦੇ ਨੇ ਮਹਾਰਾਜ ਦੇ ਮਿਲਣ ਦੇ ਚਾਰ ਦੁਆਰੇ ਹਨ। ਸਭ ਤੋਂ ਪਹਿਲਾਂ ਸਤ ਸੰਗਤ ਹੈ, ਬਹੁੜੋ, ਉਸ ਤੋਂ ਬਾਅਦ ਸਤ ਹੈ, ਤੀਸਰਾ ਸੰਤੋਖ ਹੈ, ਚੌਥਾ ਸਮਦਮ ਹੈ। ਚਾਰ ਗੱਲਾਂ ਉਹਨਾਂ ਨੇ ਇਹ ਗੱਲ ਲਿਖੀਆਂ ਹਨ ਪਰਮਾਤਮਾ ਦੇ ਮਿਲਾਪ ਤੇ। ਉੱਥੇ ਵੀ ਸਭ ਤੋਂ ਪਹਿਲਾਂ ਉਹਨੇ ਸਤ ਸੰਗਤ ਦੀ ਗੱਲ ਕੀਤੀ, ਫਿਰ ਸੱਚੇ ਜੀਵਨ, ਸਚਾਰ ਜੀਵਨ ਦੀ ਗੱਲ ਕੀਤੀ, ਫਿਰ ਸੰਤੋਖ ਦੀ ਗੱਲ ਕੀਤੀ, ਤੇ ਫਿਰ ਉਸ ਤੋਂ ਬਾਅਦ ਭਾਈ ਸਾਹਿਬ ਜੀ ਨੇ ਉਸ ਜੀਵਨ ਨੂੰ ਜਿਉਣ ਦੀ ਜਾਚ ਦੱਸੀ। ਤੋ ਇੱਕ ਗ੍ਰੰਥ ਸਾਡੇ ਕੋਲ ਗੁਰੂ ਸ਼ੋਭਾ ਆਉਂਦਾ ਹੈ, ਉਹਦੇ ਵਿੱਚ ਇੱਕ ਗੱਲ ਲਿਖੀ ਹੋਈ ਹੈ, ਧਰਮਸ਼ਾਲ ਸੰਗਤ ਜਬ ਆਵੇ, ਦਰਸ਼ਨ ਪਾਰ ਬ੍ਰਹਮ ਕੋ ਪਾਵੇ, ਗੁਰ ਸੰਗਤ ਕਛ ਭੇਦ ਨਾ ਹੋਈ, ਉਨ ਜਨ ਕਥਾ ਬਖਾਨਤ ਸੋਈ। ਵੀ ਧਰਮਸ਼ਾਲ ਸੰਗਤ ਜਬ ਆਵੇ, ਜਦੋਂ ਸੰਗਤ ਵਿੱਚ ਆਵੇ, ਗੁਰੂ ਦੇ ਦਰਸ਼ਨ ਕਰੇ, ਗੁਰੂ ਸੰਗਤ ਕਛ ਭੇਦ ਨਾ ਹੋਈ, ਗੁਰੂ ਤੇ ਗੁਰੂ ਦੇ ਸਿੱਖਾਂ 'ਚ ਭੇਦ ਨਾ ਸਮਝੋ, ਉਨ ਜਨ ਕਥਾ ਬਖਾਨਤ ਸੋਈ। ਫਿਰ ਉਹ ਗੁਰੂ ਦੀਆਂ ਵਡਿਆਈਆਂ ਮਿਲ ਕੇ ਕਰੋ, ਤੇ ਗੁਰੂ ਦੀਆਂ ਵਡਿਆਈਆਂ ਕਰੀਏ। ਇਹ ਗੁਰਸ਼ੋਭਾ ਦੇ ਵਿੱਚ ਇਹ ਗੱਲ ਸਾਨੂੰ ਲਿਖੀ ਮਿਲਦੀ ਹੈ। ਸਿੱਖ ਧਰਮ ਨੇ ਸਿੱਖ ਨੂੰ, ਮਨੁੱਖ ਨੂੰ, ਕੇਵਲ ਸਿੱਖ ਨੂੰ ਨਹੀਂ, ਮਨੁੱਖ ਨੂੰ ਕਰਮ ਯੋਗੀ ਬਣਾਇਆ ਹੈ। ਇਕਾਂਤ ਵਸ, ਇਕਾਂਤ ਦਾ ਵਾਸਾ ਕਰਨ ਦੇ ਨਾਲ ਜਾਂ ਵੱਖਰੇ ਹੋ ਕੇ ਬੈਠਣ ਦੇ ਨਾਲ ਮਨ ਕੋਈ ਵਧੇਰੇ ਕਾਬੂ 'ਚ ਨਹੀਂ ਆਉਂਦਾ। ਸਿੱਖ ਨੇ ਇਹ ਗੱਲ ਨਹੀਂ ਸਮਝਾਈ ਵੀ ਕਿਤੇ ਜਾ ਘੁਰਨਿਆਂ 'ਚ ਵੜ ਜਾਓ, ਖੁੱਡਾਂ 'ਚ ਵੜ ਜਾਓ, ਪਰਬਤਾਂ 'ਚ ਵੜ ਜਾਓ, ਕੰਦਰਾਂ 'ਚ ਛਿਪ ਜਾਓ, ਜੰਗਲਾਂ 'ਚ ਚਲੇ ਜਾਓ। ਸਿੱਖੋਂ ਇਹ ਗੱਲ ਨਹੀਂ ਸਮਝਾਈ। ਸਤਿਗੁਰਾਂ ਨੇ ਤਾਂ ਇਕਾਂਤ ਦੀ ਥਾਂ ਸਤ ਸੰਗਤ ਅਤੇ ਸੰਨਿਆਸ ਦੀ ਥਾਂ ਤੇ ਗ੍ਰਸਥ ਦਾ ਮਾਰਗ ਦੱਸਿਆ ਹੈ। ਸਤਿਗੁਰੂ ਜੀ ਨੇ ਇਕਾਂਤ ਦੀ ਗੱਲ ਨਹੀਂ ਕੀਤੀ ਕਿ ਇਕੱਲਾ ਆਪ ਹੀ ਜਪ ਲਓ। ਇੱਥੇ ਆਪ ਜਪੇ ਅਵਰਨ ਨਾਮ ਜਪਾਵੇ ਦੀ ਗੱਲ ਕੀਤੀ ਗਈ, ਅਵਰਾਂ ਨੂੰ ਨਾਮ ਜਪਾਉਣ ਦੀ ਗੱਲ ਕੀਤੀ ਗਈ। ਇੱਥੇ ਕੇਵਲ ਆਪਣੇ ਤੱਕ ਸੀਮਤ ਨਹੀਂ, ਸਵਾਰਥੀ ਨਹੀਂ ਬਣਾਇਆ ਸਿੱਖ ਨੂੰ। ਸਿੱਖ ਨੂੰ ਸੈਲਫਿਸ਼ ਨਹੀਂ ਕੀਤਾ। ਸਿੱਖ ਨੂੰ ਆਪ ਜਪਣ ਤੇ ਅਗਲੇ ਸਮਝਾਉਣ ਦੀ ਗੱਲ ਕੀਤੀ ਗਈ। ਬਾਣੀ ਪੜ੍ਹਨ ਦੀ, ਬਾਣੀ ਪੜ੍ਹਾਉਣ ਦੀ, ਬਾਣੀ ਸਿੱਖਣ ਦੀ, ਬਾਣੀ ਸਿਖਾਉਣ ਦੀ, ਗੁਰਮਤਿ ਸਿੱਖਣ ਦੀ, ਗੁਰਮਤਿ ਸਿਖਾਉਣ ਦੀ ਇਹ ਗੱਲ ਹੈ। ਜਿਹੜਾ ਬੰਦਾ ਅੱਜ ਕਹਿ ਦਿੰਦਾ ਨਾ ਕਿਸੇ ਨੂੰ ਦੱਸਣਾ ਨਹੀਂ ਚਾਹੀਦਾ, ਲੋ ਜੀ ਕਿਸੇ ਨਾਲ ਗੱਲ ਨਾ ਕਰੀ, ਉਹ ਸਾਡੀ ਆਈ ਹੋਈ ਆਨੰਦ ਖਤਮ ਹੋ ਜਾਂਦਾ, ਇਹ ਸਾਰਾ ਫਰਾਡ ਹੈ। ਸਿੱਖ ਧਰਮ ਜੇ ਫਰਾਡ ਨਹੀਂ ਚੱਲਿਆ। ਇੱਥੇ ਤਾਂ ਖਾਵੇਂ ਖਰਚੇ ਰਲ ਮਿਲ ਭਾਈ, ਤੋੜ ਨਾ ਆਵੋ ਵਾਧੋ ਜਾਈ ਦੀ ਗੱਲ ਹੈ। ਇੱਥੇ ਰਲ ਮਿਲ ਕੇ ਖਾਣ ਦੀ ਗੱਲ ਕੀਤੀ ਗਈ ਹੈ, ਇੱਥੇ ਵੰਡਣ ਦੀ ਗੱਲ ਕੀਤੀ ਗਈ ਹੈ। ਇਹ ਸ਼ਬਦ ਲੰਗਰ ਦੀ ਗੱਲ ਕੀਤੀ ਹੈ, ਗੁਰੂ ਕਾ ਸ਼ਬਦ ਦਾ ਲੰਗਰ ਦਾ ਲਾਉਣ ਦੀ ਗੱਲ ਕੀਤੀ ਹੈ। ਸੱਤਾ ਬਲਵੰਡ ਨੇ ਆਪਣੀ ਵਾਰਾਂ 'ਚ ਵੀ ਗੱਲ ਕੀਤੀ ਹੈ ਵੀ ਸ਼ਬਦ ਦਾ ਲੰਗਰ ਵੰਡਿਆ ਜਾਂਦਾ। ਗੁਰੂ ਸਾਹਿਬ ਜੀ ਨੇ, ਸਤਿਗੁਰੂ ਜੀ ਨੇ ਜਾਂ ਸਿੱਖ ਧਰਮ ਨੇ ਸਿੱਖ ਨੂੰ ਕਰਮ ਯੋਗੀ ਬਣਾਇਆ ਹੈ। ਇਕਾਂਤ ਵਸ ਹੋ ਕੇ ਉਹਦਾ ਦੱਸਦਾ ਮਨ ਕਾਬੂ 'ਚ ਨਹੀਂ ਆਉਂਦਾ। ਸਤਿਗੁਰ ਨੇ ਸਾਨੂੰ ਇੱਕ ਸਮਾਜਿਕ ਪ੍ਰਾਣੀ ਬਣਾਇਆ ਹੈ। ਸਤ ਸੰਗਤ ਰਾਹੀਂ ਮਨੁੱਖ ਦੀ ਆਤਮਿਕ ਉਸਾਰੀ ਦੀ ਗੱਲ ਕੀਤੀ ਹੈ, ਨਾਲ ਹੀ ਸਮਾਜ ਦਾ ਭਲੇ ਦੀ ਗੱਲ ਵੀ ਗੁਰੂ ਸਾਹਿਬ ਜੀ ਨੇ ਸਾਨੂੰ ਕੀਤੀ ਹੈ। ਰਾਗ ਸਾਰੰਗ ਰਾਗ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਚਨ ਆਉਂਦਾ ਹੈ ਕਿ ਖੋਜਤ ਖੋਜਤ ਸੁਣੀ ਇਹ ਸੋਏ, ਸਾਧ ਸੰਗਤ ਬਿਨ ਤਰਿਓ ਨਾ ਕੋਏ। ਇਹ ਰਾਗ ਆਸਾ ਦਾ ਬਚਨ ਹੈ। तो सारंग राग ਦਾ ਦੂਜਾ ਬਚਨ ਹੈ, ਹਰ ਜਨ ਰਾਮ 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 ਧਿਆਏ, ਏਕ ਪਲਕ ਸਾਧ ਸਾਧ
एक पलक सुख साध समागम कोट बिकुंठे पाए। फिर दोबारा रिपीट कर रहे हैं जी। हर जन राम 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 ध्याए, एक पलक सुख साध समागम कोट बिकुंठे पाए। ਵੀ ਇਹ ਇੱਕ ਪਲ ਦਾ ਜਿਹੜਾ ਆਨੰਦ ਹੈ ਇਹ ਕਈ ਸਵਰਗਾਂ ਦੇ ਬਰਾਬਰ ਹੈ, ਜਿਹੜਾ ਉੱਥੇ ਬੈਠ ਕੇ ਆਨੰਦ ਲੈਣਾ। ਉਹ ਸਤ ਸੰਗਤ ਜਿਹੜੀ ਹੈ ਇਹ ਸਾਡੇ ਅੰਦਰ ਗੁਣਾਂ ਦਾ ਵਾਸਾ ਕਰਦੀ ਹੈ, ਸ਼ੁਭ ਗੁਣਾਂ ਨੂੰ ਪੈਦਾ ਕਰਦੀ ਹੈ। ਸਤ ਸੰਗਤ ਔਗਣਾਂ ਨੂੰ ਦੂਰ ਕਰਦੀ ਹੈ। ਨੀਵੇਂ ਪਤਤ ਤੇ ਅਚਰਨਹੀਨ ਪੁਰਸ਼ਾਂ ਨੂੰ ਪਵਿੱਤਰ ਆਤਮਾ ਜਾਂ ਮਹਾਂਪੁਰਖ ਤੱਕ ਪਹੁੰਚਾ ਦਿੰਦੀ ਹੈ। ਉੱਥੋਂ ਚੁੱਕ ਕੇ ਉਹਨਾਂ ਦੇ ਜੀਵਨ ਨੂੰ ਏਦਾਂ ਕਰ ਦਿੰਦੀ ਹੈ। ਬਿਧੀ ਚੰਦ ਡਾਕੂ ਸੀ, ਪਰ ਗੁਰੂ ਦਾ ਸੀਨਾ ਬਣ ਗਿਆ ਜੋ ਸੰਗਤ ਵਿੱਚ ਆਇਆ। ਬਿਧੀ ਚੰਦ ਛੀਨਾ ਗੁਰੂ ਦਾ ਸੀਨਾ, ਗੁਰੂ ਸਾਹਿਬ ਜੀ ਨੇ ਕਿਹਾ। ਕਿਉਂ? ਕਿ ਉਹਦੇ ਜੀਵਨ ਦੇ ਪਲਟਾ ਆ ਗਿਆ, ਜੀਵਨ ਬਦਲ ਗਿਆ। ਸਤ ਸੰਗਤ ਜਦੋਂ ਕਰਦਾ ਉਦੋਂ ਜੀਵਨ ਵਿੱਚ ਚੇਂਜ ਆ ਜਾਂਦੀ ਹੈ। ਇੱਕ ਬੜੀ ਵਧੀਆ ਭਾਈ ਸਾਖੀ ਆਉਂਦੀ ਭਾਈ ਮੇਰੂ ਦੀ, ਸਿੱਖ ਇਤਿਹਾਸ ਨੇ ਉਹਦਾ ਨਾਮ ਭਾਈ ਮੇਰੂ ਲਿਖਿਆ। ਇੱਕ ਚੌਧਰੀ ਘਰ ਵਿੱਚ ਬੈਠਾ ਹੋਇਆ ਹੈ, ਕਿਸੇ ਨੇ ਬਾਹਰੋਂ ਆ ਕੇ ਆਵਾਜ਼ ਦਿੱਤੀ, ਜੀ ਚੌਧਰੀ ਜੀ ਅੰਦਰ ਲੰਘ ਆਵਾਂ? ਹਾਂਜੀ ਲੰਘ ਆਓ। ਸਾਹਮਣੇ ਕਿਹਾ ਖੜਾ ਹੋਇਆ, ਹੱਥ ਜੋੜ ਕੇ ਖੜਾ ਹੋ ਗਿਆ, ਕਹਿਣ ਲੱਗਾ ਭਲੇ ਮਾਨ ਸਾਹਿਬ ਮੈਂ ਤੈਨੂੰ ਪਛਾਣਿਆ ਨਹੀਂ, ਪਛਾਤਾ ਨਹੀਂ। ਅੱਗੋਂ ਕਹਿਣ ਲੱਗਾ ਪਛਾਣੋਗੇ ਵੀ ਕਿਵੇਂ ਚੌਧਰੀ ਸਾਹਿਬ, ਮੈਂ ਤੁਹਾਡਾ ਚੋਰ ਹਾਂ। ਹੈ ਚੌਧਰੀ ਦਾ ਇੱਕ ਰੰਗ ਆਵੇ ਇੱਕ ਰੰਗ ਜਾਵੇ, ਵੀ ਚੋਰ ਹੋਵੇ ਤੇ ਸਾਹਮਣੇ ਆ ਕੇ ਖੜਾ ਹੋ ਕੇ ਇਹ ਕਵੇ ਮੈਂ ਚੋਰ ਹਾਂ। ਉਹ ਕਹਿੰਦਾ ਇਹ ਕਿਵੇਂ ਹੋ ਸਕਦਾ? ਕਹਿੰਦਾ ਨਹੀਂ ਜੀ, ਕੁਝ ਸਾਲ ਹੋਏ ਮੈਂ ਤੁਹਾਡੇ ਘਰ ਤੋਂ ਇੱਕ ਮੱਝ ਚੋਰੀ ਕਰਕੇ ਰਹਿ ਗਿਆ ਸੀ। ਮੱਝ ਨੇ ਮੇਰੇ ਘਰ ਜਾ ਕੇ ਕੱਟਾ ਦਿੱਤਾ, ਮੱਝ ਦਾ ਦੁੱਧ ਮੈਂ ਵੇਚਿਆ, ਆਪ ਪੈਸਿਆਂ ਦੀ ਭਰੀ ਹੋਈ ਥੈਲੀ, ਬਾਹਰ ਬੱਝਾ ਹੋਇਆ ਕੱਟਾ ਤੇ ਮੱਝ ਲੈ ਲਵੋ ਤੇ ਇੱਕ ਵਾਰੀ ਆਪਣੀ ਜ਼ੁਬਾਨ ਤੋਂ ਇਹ ਗੱਲ ਕਹਿ ਦਿਓ ਮੈਂ ਤੇਰਾ ਗੁਨਾਹ ਮਾਫ ਕੀਤਾ। ਚੌਧਰੀ ਹੈਰਾਨ ਹੋ ਗਿਆ, ਚੋਰ ਹੋਵੇ ਚੋਰੀ ਮੰਨ ਲਵੇ, ਚੋਰ ਹੋਵੇ ਚੋਰੀ ਦਾ ਮਾਲ ਵਾਪਸ ਲੈ ਆਵੇ, ਕੇਵਲ ਚੋਰੀ ਦਾ ਮਾਲ ਨਹੀਂ ਉਹਦੇ ਨਾਲ ਹੋਰ ਕੀਤੀ ਹੋਈ ਕਮਾਈ ਨੂੰ ਵੀ ਵਾਪਸ ਕਰ ਦੇਵੇ। ਤੇ ਚੌਧਰੀ ਕਵੇ, ਚੌਧਰੀ ਕਹਿਣ ਲੱਗਾ ਭਲਿਆ ਮਾਨਸਾ ਉਹ ਤੈਨੂੰ ਹੋ ਕੀ ਗਿਆ? ਅੱਗੋਂ ਨਿਮਾਣਾ ਜਿਹਾ ਸੇਵਕ ਕਹਿਣ ਲੱਗਾ ਚੌਧਰੀ ਸਾਹਿਬ ਹੁਣ ਮੈਂ ਗੁਰੂ ਦਾ ਸਿੱਖ ਬਣ ਗਿਆ ਹਾਂ, ਹੁਣ ਮੈਂ ਸਤਸੰਗੀ ਬਣ ਗਿਆ ਹਾਂ, ਮੈਨੂੰ ਸਤਸੰਗਤ ਵਿੱਚ ਬੈਠ ਕੇ ਜਾਂਚ ਆ ਗਈ, ਇਹ ਗੱਲ ਸਮਝ ਆ ਗਈ ਕਿ ਚੋਰ ਕਰਨਾ ਚੋਰੀ ਕਰਨਾ ਇਹ ਮਨੁੱਖ ਦਾ ਕਾਰਜ ਨਹੀਂ ਹੈ। ਇਹ ਹੈ ਜੀਵਨ ਦੀ ਘਾਟ ਜਿਹੜੀ ਸੰਗਤ ਵਿੱਚ ਘੜੀ ਜਾਂਦੀ, ਇਹ ਹੈ ਜੀਵਨ ਦੀ ਘਾਟ ਜਿਹੜੀ ਸੰਗਤ ਘੜਦੀ ਹੈ। ਇੱਕ ਸ਼ੁਭ ਗੁਣ ਪੈਦਾ ਕਰਦੀ ਹੈ ਸੰਗਤ, ਅਵਗੁਣਾਂ ਨੂੰ ਦੂਰ ਕਰ ਦਿੰਦੀ ਹੈ। ਨੀਵੇਂ ਪਤਤ ਅਚਰਨਹੀਨ ਮਨੁੱਖਾਂ ਨੂੰ ਵੀ ਅਸਲ ਵਿੱਚ ਚੰਗੇ ਜੀਵਨ ਵਾਲੇ ਬਣਾ ਦਿੰਦੀ ਹੈ। ਜਿਵੇਂ ਜੋ ਚੰਦਨ ਨਿਕਟ ਬਸੇ ਹਿਰਦੇ ਬਫੜਾ, ਜੋ ਸਤ ਸੰਗਤ ਮਿਲ ਪਤਤ ਪ੍ਰਵਾਨ। ਚੰਦਨ ਦੇ ਨੇੜੇ ਵਸਣ ਵਾਲਾ ਰਹਿੰਦਾ ਉਹ ਵੀ ਵਧੀਆ ਬਣ ਜਾਂਦਾ ਹੈ। ਇੱਕ ਗੁਰੂ ਪਾਤਸ਼ਾਹ ਜੀ ਨੇ ਮਲਾਰ ਰਾਗ ਵਿੱਚ ਬਚਨ ਲਿਖਿਆ, ਸਤ ਸੰਗਤ ਸੰਤ ਸੰਗ ਲਗ ਉੱਚੇ, ਜਿਉ ਪੀਪ ਪਲਾਸ ਖਾਏ ਲੀਜੈ। ਥੋੜਾ ਔਖਾ ਹੈ ਭਾਵ, ਜਿਵੇਂ ਪਿੱਪਲ ਛਿਛਰੇ ਪਲਾਸ ਨੂੰ ਖਾ ਕੇ ਆਪਣੇ ਵਿੱਚ ਅਭੇਦ ਕਰ ਲੈਂਦਾ ਹੈ, ਇਸ ਤਰ੍ਹਾਂ ਸ਼ੁਭ ਸੰਗਤ ਪਾਪੀ ਨੂੰ ਆਪਣੇ ਮਨ ਵਿੱਚ ਲੀਨ ਕਰਕੇ ਸੁਧਾਰ ਦਿੰਦੀ ਹੈ। ਚੰਗ ਸੰਗਤ ਦੇ ਗੁਣਾਂ ਨੂੰ ਲਿਖਿਆ ਗੁਰੂ ਅਰਜਨ ਦੇਵ ਮਹਾਰਾਜ ਨੇ। ਅਗਲੇ ਜਿਹੜੇ ਭਾਈ ਗੁਰਦਾਸ ਜੀ ਦਾ ਇੱਕ ਹੋਰ ਵਾਰ ਦੂਜੀ ਵਾਰ ਦੀ 16ਵੀਂ ਪੌੜੀ ਚ ਇੱਕ ਬਚਨ ਆਉਂਦਾ ਹੈ, ਚੰਦਨ ਵਾਸ ਬਨਾਸਪਤ ਸਭ ਚੰਦਨ ਹੋਵੇ, ਅਸ਼ਟ ਧਾਤਿਕ ਧਾਤ ਹੋਏ ਸੰਗ ਪਾਰਸ ਹੋਵੇ, ਨਦੀਆਂ ਨਾਲੇ ਵਾਹੜੇ ਮਿਲ ਗੰਗ ਗੋਵੇ,
ਪਤਤ ਉਦਾਹਰਨ ਸਾਧ ਸੰਗ ਪਾਪਾ ਮਲ ਧੋਵੈ, ਨਰਕ ਨਿਵਾਰ ਅਸੰਖ ਹੋਏ ਲੱਖ ਪਤਤ ਸਮੋਵੇ, ਆਪੇ ਆਪ ਵਰਤਾ ਗੁਰਮੁਖ ਅਲੋਵੈ। ਜਿਵੇਂ ਚੰਦਨ ਦੇ ਨੇੜੇ ਵਸਣ ਵਾਲੀ ਬਨਸਪਤੀ ਵੀ ਚੰਦਨ ਬਣ ਜਾਂਦੀ ਹੈ, ਜਿਵੇਂ ਪਾਰਸ ਬਾਕੀ ਧਾਤਾਂ ਨੂੰ ਪਰਸ ਕੇ ਆਪਣੇ ਸੋਨਾ ਬਣਾ ਦਿੰਦਾ ਹੈ, ਜਿਵੇਂ ਨਦੀਆਂ ਤੇ ਨਾਲਿਆਂ ਦਾ ਪਾਣੀ ਜਦੋਂ ਗੰਗਾ 'ਚ ਪੈ ਜਾਏ ਤਾਂ ਉਹਨੂੰ ਵੀ ਗੰਗਾ ਬਣ ਜਾਂਦੀ ਹੈ। ਇਸੇ ਤਰ੍ਹਾਂ ਸਤਸੰਗਤ ਪਤਤ ਉਦਾਹਰਨ ਸਾਧ ਸੰਗ ਪਾਪਾਂ ਮਲ ਧੋਵੈ, ਪਾਪੀਆਂ ਨੂੰ ਪਾਪ ਕਰ ਦੂਰ ਕਰਨ ਵਾਲੀ ਪਾਪਾਂ ਦੀ ਮੈਲ ਧੋ ਦਿੰਦੀ ਹੈ, ਸਾਡੇ ਕੀਤੇ ਗੁਨਾਹਾਂ ਨੂੰ ਬਖਸ਼ ਦਿੰਦੇ ਹੈ, ਜੇ ਅਸੀਂ ਸੱਚਮੁੱਚ ਅੰਦਰਲੇ ਮਨ ਨਾਲ ਗੁਰੂ ਦੀ ਸੰਗਤ ਵਿੱਚ ਆ ਜਾਂਦੇ ਹਾਂ। ਇੱਥੇ ਕੀ ਹੈ? ਆਪੇ ਆਪ ਵਰਤਾ ਗੁਰਮੁਖ ਅਲੋਵੈ। ਮਨੁੱਖ ਦਾ ਜਿਹੜਾ ਮਨ ਹੈ ਨਾ, ਇਹ એનર્ਜੀ ਦਾ, ਸ਼ਕਤੀ ਦਾ ਘਰ ਹੈ। ਜੇ ਵਾਹਿਗੁਰੂ ਦੀ ਬਖਸ਼ਿਸ਼ ਹੋਵੇ ਤਾਂ ਇਹ ਮਨੁੱਖੀ ਮਨ ਦੀ ਸ਼ਕਤੀ ਸਿੱਧੇ ਪਾਸੇ ਲੱਗ ਕੇ ਮਨੁੱਖੀ ਕਿਰਦਾਰ ਦੀ ਘਾੜਤ ਕਰਦੀ ਹੈ, ਸਾਰੀ ਕਰਦੀ ਹੈ। ਪਰ ਜੇ ਸੰਗਤ ਵਿੱਚ ਪੈ ਜਾਏ ਤਾਂ ਭੈੜੇ ਕੰਮਾਂ 'ਚ ਲੱਗ ਕੇ ਮਨੁੱਖੀ ਜੀਵਨ ਨੂੰ ਬਰਬਾਦ ਕਰ ਦਿੰਦੀ ਹੈ। ਮਨੁੱਖ ਦਾ ਮਨ ਇੱਕ ਪੰਛੀ ਦੀ ਤਰ੍ਹਾਂ ਵੀ ਹੈ। ਜਿਸ ਪੰਛੀ ਜਿਸ ਰੁੱਖ ਤੇ ਬੈਠਦਾ ਹੈ ਜਾਂ ਬੈਠੇਗਾ, ਉਹੋ ਜਿਹਾ ਫਲ ਖਾਏਗਾ। ਇਹ ਤਾਂ ਹੈ ਨਹੀਂ ਵੀ ਅੰਬ ਦੇ ਰੁੱਖ ਤੇ ਬੈਠ ਕੇ ਉਹ ਜਾਮਨ ਖਾ ਲਵੇ, ਸੇਬ ਦੇ ਰੁੱਖ ਤੇ ਬੈਠ ਕੇ ਅੰਗੂਰ ਖਾ ਲਵੇ। ਇਹ ਤਾਂ ਹੋ ਨਹੀਂ ਸਕਦਾ। ਜਿਸ ਰੁੱਖ ਤੇ ਪੰਛੀ ਬੈਠਦਾ ਹੈ ਉਹਦਾ ਫਲ ਹੀ ਉਹ ਖਾਏਗਾ। ਮਨੁੱਖੀ ਮਨ ਫਿਰ ਸ਼ੀਸ਼ੇ ਦੀ ਤਰ੍ਹਾਂ ਵੀ ਹੈ, ਜਿਸ ਵਿੱਚ ਜਿਹੋ ਜਿਹਾ ਪਰਛਾਵਾਂ ਹੋ ਪਵੇਗਾ ਉਹੋ ਜਿਹਾ ਦਿਸੇਗਾ। ਬੰਦੇ ਨੂੰ ਆਪਣਾ ਆਪ ਦੇਖਣ ਦੀ, ਆਪਣੇ ਆਪ ਨੂੰ ਪਰਖਣ ਦੀ ਜਾਚ ਆਉਂਦੀ ਹੈ। ਮਨੁੱਖ ਦਾ ਮਨ ਪਾਣੀ ਦੀ ਤਰ੍ਹਾਂ ਵੀ ਹੈ, ਜਿਸ ਵਿੱਚ ਜਿਹੜਾ ਮਰਜ਼ੀ ਰੰਗ ਘੋਲ ਦੇ ਉਹਦੇ ਵਰਗਾ ਹੋ ਜਾਂਦਾ ਹੈ। ਉਹ ਚੰਗੀ ਸੰਗਤ ਅਤੇ ਚੰਗੇ ਵਿਚਾਰਾਂ ਨਾਲ ਅਗਰ ਸਾਂਝ ਪਾਈ ਜਾਵੇ ਤਾਂ ਚੰਗੇ ਬਣ ਜਾਈਦਾ ਹੈ। ਜੇ ਕੰਗਾਲਾਂ ਦੇ ਜਿਹੜੇ ਬੱਚੇ ਹਨ, ਧਨੀ ਅਨਪੜ੍ਹਾਂ ਦੇ ਚਤੁਰ, ਕਾਇਰਾਂ ਦੇ ਬਹਾਦਰ ਦੇ ਜੇ ਤੇ ਬਣ ਸਕਦੇ ਹਨ, ਇਤਿਹਾਸ ਇਹ ਗੱਲ ਕਹਿੰਦਾ ਹੈ। ਇਹਦਾ ਮਤਲਬ ਸੰਗਤ ਵਿੱਚ ਅਸੀਂ ਆਉਣ ਕਰਕੇ ਆਪਣੇ ਆਪ ਨੂੰ ਚੇਂਜ ਕਰ ਸਕਦੇ ਹਾਂ। ਭਗਤ ਕਬੀਰ ਜੀ ਨੇ ਆਪਣੇ ਇੱਕ ਸ਼ਲੋਕ ਦੇ ਵਿੱਚ ਬੜੇ ਕਮਾਲ ਦੀ ਉਦਾਹਰਨ ਦਿੱਤੀ ਹੈ। ਉਹਨਾਂ ਅਨੁਸਾਰ ਸੰਗਤ ਦੀ ਮਾਰ ਮਨੁੱਖ ਨੂੰ ਅਜਿਹੀ ਪੈਂਦੀ ਹੈ ਕਿ ਜਿਵੇਂ ਬੇਰੀ ਦੇ ਪਾਸ ਉੱਗੇ ਹੋਏ ਕੇਲੇ ਦਾ ਹਾਲ ਹੁੰਦਾ ਹੈ। ਜਿਵੇਂ ਬੇਰੀ ਦੇ ਪਾਸ ਉੱਗੇ ਹੋਏ ਕੇਲੇ ਦਾ ਹਾਲ ਹੁੰਦਾ ਹੈ। ਜਿਵੇਂ ਜਿਵੇਂ ਬੇਰੀ ਉੱਥੇ ਪਸਰਦੀ ਜਾਂਦੀ ਹੈ, ਫੈਲਦੀ ਜਾਂਦੀ ਹੈ, ਕੇਲਾ ਵਿਚਾਰਾ ਉਹਦੇ ਨਾਲ ਚੀਰਿਆ ਜਾਂਦਾ ਹੈ। ਕਬੀਰ ਮਾਰੀ ਮਰੂ ਕੁਸੰਗ ਕੀ, ਕੇਲੇ ਨਿਕਲ ਜੋ ਬੇਰ। ਕਬੀਰ ਮਾਰੀ ਮਰੂ ਕੁਸੰਗ ਕੀ, ਕੇਲੇ ਨਿਕਲ ਜੋ ਬੇਰ। ਉਹ ਝੂਲੇ ਉਹ ਚੀਰੀਏ, ਸਾਗਤ ਸੰਗ ਨਾ ਹੈ। ਇਹ ਕਈ ਵਾਰੀ ਦੇਖਣ 'ਚ ਵੀ ਆਉਂਦਾ ਕਿ ਮਨੁੱਖ ਸੰਗਤ ਵਿੱਚ ਜਾਂਦੇ ਹਨ, ਸੰਗਤ ਦਾ ਅਸਰ ਨਹੀਂ ਕਬੂਲਦੇ। ਬੈਠੇ ਹੋਏ ਵੀ ਸ਼ਾਂਤ ਜੇ ਚਿੱਤ ਜੇ, ਹਰ ਵੇਲੇ ਗੋਡੇ ਟੇਢੇ, ਲੱਤਾਂ ਟੇਢੀਆਂ, ਹਿਲਦੇ ਚੁਲਦੇ, ਜਾਂ ਇਹ ਕਹਿ ਲਈਏ ਵੀ ਉਹਨਾਂ ਦਾ ਮਨ ਜਿਹੜਾ ਸ਼ਾਂਤ ਜਿਹਾ ਰਹਿੰਦਾ। ਇਹ 'ਚ ਸੰਗਤ ਦਾ ਕਸੂਰ ਨਹੀਂ ਹੈ। ਜਗਿਆਸੂ ਦਾ ਜੋ ਸਤਸੰਗ ਦੀ ਜਾਣ ਸਮੇਂ ਆਪਣੇ ਮਨ ਨੂੰ ਨਿਮਰਤਾ ਨਾਲ ਲਿਜਾਣ ਦੀ ਥਾਂ ਤੇ ਕਠੋਰਤਾ ਦੇ ਨਾਲ ਭਰ ਕੇ ਲੈ ਜਾਂਦਾ ਹੈ, ਉਹਦੇ ਵਿੱਚ ਕਦੀ ਤਬਦੀਲੀ ਨਹੀਂ ਆ ਸਕਦੀ, ਚੇਂਜ ਨਹੀਂ ਆ ਸਕਦੀ। ਜਿਵੇਂ ਭਗਤ ਜੀ ਕਹਿੰਦੇ, ਕਬੀਰ ਬਾਂਸ ਵਡਾਈ ਬੁੱਢਿਆ, ਬਾਂਸ ਵਡਾਈ ਬੁੱਢਿਆ, ਇਉ ਮਤ ਡੁੱਬੋ ਕੋਏ, ਚੰਦਨ ਕੈ ਨਿਕਟੇ ਬਸੇ ਬਾਂਸ ਸੁਗੰਧ ਨਾ। ਬਾਂਸ ਨੂੰ ਆਪਣਾ ਹੰਕਾਰ ਹੈ, ਉਹ ਆਪਣੇ ਹੰਕਾਰ 'ਚ ਮੈਂ ਬੜਾ ਵੱਡਾ, ਛੋਟਾ ਜਿਹਾ ਬਾਂਸ ਕਿੰਨਾ ਮੈਨੂੰ ਕੀ ਦੇ ਸਕਦਾ, ਮੇਰਾ ਕੀ ਕਰ ਸਕਦਾ। ਇਹ ਸੰਗਤ ਇੱਕ ਐਸੀ ਚੀਜ਼ ਹੈ ਜਿਹੜੀ ਮਨੁੱਖੀ ਜੀਵਨ ਦੀ ਘਾੜਤ ਨੂੰ ਘੜਦੀ ਹੈ, ਮਨੁੱਖੀ ਜੀਵਨ ਨੂੰ ਕਰਦੀ ਹੈ। ਥੋੜ੍ਹੀਆਂ ਜਿਹੀਆਂ ਹੋਰ ਉਦਾਹਰਨਾਂ ਇਹਦੇ ਵਿੱਚ ਹਨ, ਜਿਹੜੀਆਂ ਆਪਣਾ ਸਿਰਫ ਮੈਂ ਇੱਕ ਉਦਾਹਰਨ ਦੇ ਕੇ ਸਮਾਪਤੀ ਕਰ ਰਿਹਾ ਹਾਂ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਜ
ਇਸ ਨੰਦੇੜ ਦੀ ਧਰਤੀ ਦੇ ਉੱਤੇ ਪਹੁੰਚੇ ਨੇ, ਇੱਥੇ ਲਛਮਣ ਦਾਸ ਮਾਧੋ ਦਾਸ ਬੈਰਾਗੀ ਬਣ ਕੇ ਆਪਣੀ ਬਹਾਦਰੀ ਨੂੰ ਖੋ ਚੁੱਕਾ ਸੀ। ਰਾਜਪੂਤਾਂ ਦਾ ਬੱਚਾ ਇੱਕ ਬੈਰਾਗੀ ਬਣ ਕੇ ਆਪਣੀ ਬਹਾਦਰੀ ਖੋ ਚੁੱਕਾ ਸੀ। ਜਦੋਂ ਕਹਿੰਦੇ ਨੇ ਪੂਰਬ ਸੰਜੋਗ ਫੁੱਟਦੇ ਹਨ ਜਾਂ ਮਿਲਾਪ ਹੁੰਦਾ ਹੈ, ਗੁਰੂ ਗੋਬਿੰਦ ਸਿੰਘ ਦੇ ਸਾਹਮਣੇ ਆ ਕੇ ਖੜਾ ਹੋਇਆ। ਸਤਿਗੁਰ ਦੇ ਨੂਰੀ ਨੈਣਾ ਦੀ ਤੱਕਣੀ, ਸਤਿਗੁਰ ਦੇ ਮਿੱਠੇ ਬੋਲਾਂ ਦੀ ਛੋਹ, ਅੰਦਰ ਪਿਆਰ ਜਾਗਿਆ ਸੁਣ ਕੇ। ਸਤਿਗੁਰ ਦਾ ਅੱਗੇ ਜਾ ਕੇ ਜਦੋਂ ਆਪਣੀਆਂ ਸਾਰੀਆਂ ਕੀਤੀ ਬੈਰਾਗ ਦੀਆਂ ਤਾਕਤਾਂ ਤੋਂ ਹਾਰ ਗਿਆ ਤੇ ਸਵਾਲ ਕੀਤਾ, ਤੁਸੀਂ ਕੌਣ ਹੋ? ਉਹਨੂੰ ਕਹਿੰਦੇ ਤੂੰ ਜਾਣਦਾ ਹੈ ਜੀ, ਮੈਂ ਤੁਹਾਡਾ। ਸਤਿਗੁਰ ਕਹਿਣ ਲੱਗੇ, ਉਹਨਾਂ ਨੇ ਬੰਦੇ ਨੇ ਸਵਾਲ ਕੀਤਾ, ਤੁਸੀਂ ਗੁਰੂ ਗੋਬਿੰਦ ਸਿੰਘ ਹੋ? ਹਾਂ। ਤੇ ਉਹਨੇ ਕਿਹਾ, ਤੇਰਾ ਨਾਮ ਕੀ? ਜੀ ਮੈਂ ਤੁਹਾਡਾ ਬੰਦਾ। ਹੁਣ ਸਤਿਗੁਰ ਕਹਿਣ ਲੱਗੇ, ਭਾਈ ਬੰਦਾ ਹੈ ਤਾਂ ਬੰਦਿਆਂ ਵਾਲਾ ਕੰਮ ਕਰ, ਬੰਦਿਆਂ ਵਾਲੇ ਕੰਮ ਕਰ। ਗੁਰੂ ਦੀ ਸੰਗਤ ਮਿਲੀ, ਸੁੱਤੀ ਹੀ ਅੰਦਰਲੀ ਵੀਰਤਾ ਸੀ, ਬਹਾਦਰੀ ਸੀ, ਉਹ ਜਾਗ ਪਈ। ਨਵੇਂ ਰੂਪ ਵਿੱਚ ਉਹ ਥੱਕਿਆ ਹੋਇਆ, ਟੁੱਟਿਆ ਹੋਇਆ ਮਨੁੱਖ ਤਾਜ਼ਾ ਹੋ ਕੇ ਖੜਾ ਹੋ ਗਿਆ। ਉਹੀ ਮਨੁੱਖ ਜਿਹੜਾ ਕਦੀ ਹਰਨੀ ਦੇ ਬੱਚਿਆਂ ਨੂੰ ਮਾਰਦੇ ਹੋਏ ਤੜਫ ਕੇ ਬੈਰਾਗੀ ਬਣ ਗਿਆ ਸੀ, ਅੱਜ ਵਜ਼ੀਰ ਖਾਨ ਨੂੰ ਸ਼ਰੇਆਮ ਬਾਜ਼ਾਰਾਂ ਵਿੱਚ ਖਿੱਚਦਾ ਔਰ ਸਰਹੱਦੀ ਇੱਟ ਨਾਲ ਖੜਕਾਉਂਦਾ। ਇਹ ਸੰਗਤ ਦਾ ਅਸਰ ਹੁੰਦਾ ਹੈ, ਸੰਗਤ ਦਾ ਅਸਰ ਕਬੂਲਦਾ ਹੈ। ਜਿਹੋ ਜਿਹੀ ਰਹਿਣੀ ਉਹ ਜਿਹਾ ਮਨੁੱਖ ਦਾ ਇਹ ਸੁਭਾਅ ਬਣ ਜਾਂਦਾ ਹੈ। ਆਪਾਂ ਸੱਜਣ ਠੱਗ ਦੀ ਗੱਲ ਕਰਦੇ ਆ, ਉਹਦੀ ਗੱਲ ਕਰਦੇ ਆ। ਗੁਰੂ ਨਾਨਕ ਸਾਹਿਬ ਦੀ ਸੰਗਤ ਚ ਆ ਕੇ ਉਹ ਸੱਚਮੁੱਚ ਹੀ ਸੰਗਤ ਵਿੱਚ ਬੈਠ ਕੇ ਉਹ ਵੀ ਸੰਗਤ ਬਣ ਗਿਆ, ਉਹ ਵੀ ਸੱਜਣ ਬਣ ਗਿਆ। ਗੱਲ ਸਿਰਫ ਇੰਨੀ ਹੈ ਵੀ ਉਹਨਾਂ ਸੱਜਣਾਂ ਨੇ ਆਪਣੇ ਆਪ ਨੂੰ ਬਦਲ ਲਿਆ। ਅਸੀਂ ਸ਼ਾਇਦ ਆਪਣੇ ਆਪ ਨੂੰ ਸੰਗਤ ਵਿੱਚ ਜਾਂਦੇ ਹੋਏ ਵੀ ਸੱਜਣ ਨਾ ਬਣਾ ਸਕੀਏ। ਅਸਲੀ ਕਹਾਣੀ ਸਾਰੀ ਇਹ ਹੈ ਕਿ ਸਾਡੇ ਮਨ ਜਿਨਕੇ ਚਿੱਤ ਕਠੋਰ ਹੈ, ਸਤਿਗੁਰ ਪਾਸ ਉੱਥੇ ਸੱਚ ਵਰਤਦਾ। ਕੁੜਿਆਰਾਂ ਚਿਤ ਉਦਾਸ, ਕੁੜਿਆਰ ਕੁੜਿਆਰੀ ਜਾਇ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਕੁੜਿਆਰ ਜਿੱਥੇ ਸੱਚ ਵਰਤਦਾ ਹੈ, ਉੱਥੇ ਕੁੜਿਆਰਾਂ ਦਾ ਸੁਭਾਅ ਨਹੀਂ ਮਿਲਦਾ। ਉੱਥੇ ਸੱਚੇ ਜੀਵਨ ਦੀ ਘਾਟ ਕੱਢਣੀ ਹੈ ਤੇ ਨਿਮਰਤਾ ਰੱਖ ਕੇ, ਪਿਆਰ ਰੱਖ ਕੇ ਗੁਰੂ ਦੀ ਦਰ, ਗੁਰੂ ਦੀ ਸੰਗਤ ਵਿੱਚ ਜਾਈਏ। ਜ਼ਰੂਰ ਚੇਂਜ ਆਉਂਦੀ ਹੈ, ਜ਼ਰੂਰ ਤਬਦੀਲ ਆਉਂਦੀ ਹੈ। ਸਤਿਗੁਰ ਸਦਾ ਬਖਸ਼ੰਦ ਹੈ, ਬਖਸ਼ਣਹਾਰ ਹੈ। ਗੁਰੂ ਅੱਗੇ ਤਰਲਾ ਕਰੀਏ, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ, ਰਾਖੋ ਰਾਖਣਹਾਰ ਦਿਆਲਾ, ਨਾਨਕ ਕਰਕੇ ਬੋਲੇ। ਹੋਈਆਂ ਭੁੱਲਾਂ ਦੀ ਖਿਮਾ ਜੀ। ਪਿਆਰ ਸਤਿ ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ।